ਅੱਜ ਦੇ ਪ੍ਰੋਗਰਾਮ ਰੋਸ਼ਨੀ 'ਚ ਅਸੀਂ ਐਸੇ ਵਿਸ਼ੇ ਦੇ ਸੰਬੰਧ 'ਚ ਗੱਲਬਾਤ ਕਰਨੀ ਹੈ ਜਿਹੜਾ ਕਿ ਸਾਰਿਆਂ ਪੇਰੈਂਟਸ ਵਾਸਤੇ ਬਹੁਤ ਹੀ ਲਾਹੇਵੰਦ ਹੋਣ ਵਾਲਾ ਆ। ਐਕਚੁਅਲੀ ਦੇ ਵਿੱਚ ਅਸੀਂ ਨਾ ਥੱਕ ਜਾਂਦੇ ਆ, ਹਾਏ ਬੱਚਾ ਅੜ ਗਿਆ ਹੈ, ਨੋ 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 ਕਹਿਣ ਦੇ ਪਿੱਛੇ ਹੀ ਬਸ ਰੱਟ ਲਾਈ ਹੋਈ ਹੈ। ਇਹਨੂੰ ਕਿਵੇਂ ਮਨਾਈਏ, ਕਿਵੇਂ ਸਮਝਾਈਏ। ਕਿਸੇ ਵੇਲੇ ਤਾਂ ਦਿਲ ਕਰਦਾ ਹੁੰਦਾ ਇੱਕ ਲਾ ਦੇਵੇ ਨਾ ਇਹਦੇ ਤਾਂ ਪਤਾ ਲੱਗ ਜੇ ਫੇਰ, ਪਰ ਨਹੀਂ, ਇੱਦਾਂ ਅਸੀਂ ਕਰ ਨਹੀਂ ਸਕਦੇ ਕਿਉਂਕਿ ਉਹਦੇ ਨਾਲ ਉਹਦਾ ਬਿਹੇਵੀਅਰ ਚੇਂਜ ਨਹੀਂ ਹੋਣਾ। ਤੇ ਜਿਹੜੀ ਗੱਲ ਇਹ ਸਾਨੂੰ ਦੱਸੀ ਜਾਂਦੀ ਹੈ ਕਿ ਉਹਨਾਂ ਨੇ ਜ਼ਿੱਦੀ ਬਣ ਜਾਣਾ, ਤਾਂ ਇਹ ਨਾ ਕਰੋ। ਜਾਂ ਤੁਹਾਡੇ ਵਾਸਤੇ ਉਹਨਾਂ ਨੇ ਆਪਣੇ ਮਨ 'ਚ ਡਰ ਰੱਖਣ ਲੱਗ ਜਾਣਾ, ਇਹ ਵੀ ਨਾ ਕਰੋ। ਤੇ ਫਿਰ ਕਰੋ ਤਾਂ ਕਰੋ ਕੀ? ਗੱਲਬਾਤ ਕਰਨ ਲਈ ਸਾਡੇ ਨਾਲ ਬਹੁਤ ਹੀ ਹੋਣਹਾਰ, ਕਾਬਿਲ, ਰਜਿਸਟਰਡ ਕਲੀਨਿਕਲ ਕਾਉਂਸਲਰ ਪਲਵਿੰਦਰ ਗਿੱਲ ਸ਼ਾਮਿਲ ਹੋ ਰਹੇ ਨੇ। ਥੈਂਕ ਯੂ ਗੁਰਪ੍ਰੀਤ। ਸੋ ਹੁਣ ਇਹੀ ਸ਼ੁਰੂ ਕਰਦੇ ਹਾਂ ਕਿ ਕਿਹੜੀਆਂ ਆਦਤਾਂ ਅਜਿਹੀਆਂ ਜਿਹੜੀਆਂ ਪੇਰੈਂਟਸ ਨੂੰ ਲੱਗਦੀਆਂ ਬੱਚੇ ਠੀਕ ਨਹੀਂ ਕਰਦੇ, ਇਹਨਾਂ ਨੂੰ ਅਸੀਂ ਕਰੈਕਟ ਕਰ ਦਈਏ। ਹਾਂਜੀ, ਸਭ ਤੋਂ ਪਹਿਲਾਂ ਤਾਂ ਨਾ ਕਰੈਕਟ ਕਰਨ ਦਾ, ਫੋਰ ਐਗਜ਼ਾਮਪਲ ਜਿਵੇਂ ਕਈ ਪੇਰੈਂਟ ਨੂੰ ਮੈਂ ਪੁੱਛਦੀ ਹੁੰਦੀ ਹਾਂ, ਜਿਵੇਂ ਆਪਾਂ ਕਹਿੰਦੇ ਨਾ ਡਿਸਿਪਲਿਨ ਕਰਨਾ ਮੈਂ ਆਪਣੇ ਬੱਚੇ ਨੂੰ, ਹਨਾ। ਲਾਈਕ ਜੇ ਕਈ ਵਾਰ ਇਮਾਨਦਾਰੀ ਨਾਲ ਆਪਾਂ ਆਨਸਰ ਦਈਏ ਨਾ, ਡਿਸਿਪਲਿਨ ਦਾ ਮਤਲਬ ਆਪਾਂ ਕਹਿੰਦੇ ਹੁੰਦੇ ਵੀ ਕੰਟਰੋਲ ਕਰਨਾ ਆਪਦੇ ਬੱਚੇ ਨੂੰ। ਕਈ ਵਾਰ ਆਪਾਂ ਉਹ ਚੀਜ਼ ਮੰਨਣਾ ਨਹੀਂ ਚਾਹੁੰਦੇ, ਪਰ ਆਈ ਮੀਨ ਉਹਦੇ ਅੰਦਰ ਆਪਾਂ ਇਹੀ ਚੀਜ਼ ਚਾਹੁੰਦੇ ਹੁੰਦੇ ਕਿ ਮੈਂ ਆਪਣੇ ਬੱਚੇ ਨੂੰ ਕੰਟਰੋਲ ਕਰਨਾ, ਮੈਂ ਡਿਸਿਪਲਿਨ ਕਰਨਾ, ਜੋ ਕਹਿੰਦਾ ਮੈਂ ਕਰਾਂ। ਐਂਡ ਸਾਡੇ ਕਲਚਰ ਦੇ ਵਿੱਚ ਜਿੱਥੋਂ ਅਸੀਂ ਆਏ ਵੀ ਹਾਂ, ਤੁਸੀਂ ਦੇਖੋ ਕਿ ਕਿਹੜਾ ਇੱਕ ਤਰੀਕਾ ਵਾ ਕਿਸੇ ਨੂੰ ਬਦਲਣ ਦਾ, ਡਰਾਉਣਾ ਧਮਕਾਉਣਾ। ਇੱਕ ਮੇਜ, ਆਈ ਮੀਨ ਤੁਸੀਂ ਦੇਖੋ ਸਾਡੇ ਗਾਣਿਆਂ 'ਚ ਹਥਿਆਰ ਹੁੰਦੇ ਆ। ਆਈ ਮੀਨ ਇੱਕ ਕਿਸੇ ਨੂੰ ਬਦਲਣ ਲਈ ਅਸੀਂ ਡਰਾਉਣਾ ਤੇ ਧਮਕਾਉਣਾ ਮਚ ਈਜ਼ੀਅਰ ਤੇ ਇਫੈਕਟਿਵ ਤਰੀਕਾ ਵਾ। ਆਈ ਮੀਨ ਜਿਹੜੇ ਤਰੀਕੇ ਮੈਂ ਤੁਹਾਨੂੰ ਦੱਸੂਗੀ ਵੀ, ਕਈ ਵਾਰ ਮੈਨੂੰ ਪੇਰੈਂਟ ਕਹਿ ਦਿੰਦੇ ਜੀ ਇਹਨਾਂ ਨਾਲ ਤਾਂ 2-3 ਮਹੀਨੇ ਲੱਗ ਜਾਣਗੇ, ਇਹ ਥੋੜੀ ਇੰਨੀ ਇਫੈਕਟਿਵ ਆ, ਕੰਮ ਤਾਂ ਹੁਣੇ ਹੋਣਾ ਚਾਹੀਦਾ। ਮੈਂ ਅੰਡਰਸਟੈਂਡ ਕਰਦੀ ਹਾਂ ਵੀ ਕਿ ਡਰਾਉਣਾ ਧਮਕਾਉਣ ਨਾਲ ਕੰਮ ਸ਼ਾਇਦ ਇਫੈਕਟਿਵ ਹੋ ਜਾਣ ਉਸ ਮੂਮੈਂਟ ਦੇ ਵਿੱਚ, ਪਰ ਉਹ ਲੌਂਗ ਟਰਮ ਦੇ ਵਿੱਚ ਤੁਹਾਡੇ ਰਿਲੇਸ਼ਨਸ਼ਿਪ ਡੈਮੇਜ ਕਰਦਾ ਵਾ। ਲੌਂਗ ਟਰਮ ਦੇ ਵਿੱਚ ਤੁਹਾਡੇ ਬੱਚੇ ਦੀ ਮਾਨਸਿਕ, ਤੁਹਾਡੇ ਰਿਸ਼ਤੇ ਦੀ ਜਿਹੜੀ ਸਿਹਤ ਹੁੰਦੀ ਆ, ਰਿਲੇਸ਼ਨਲ ਹੈਲਥ ਜਿਹਨੂੰ ਅਸੀਂ ਕਹਿੰਦੇ ਆ, ਉਹ ਖਰਾਬ ਕਰਦਾ ਵਾ। ਸੋ ਜੀ ਹਾਂ, ਜਿਸ ਕਲਚਰ 'ਚੋਂ ਅਸੀਂ ਆਏ ਹਾਂ, ਜਿਸ ਤਰੀਕੇ ਨਾਲ ਸਾਨੂੰ ਵੀ ਡਰਾ ਧਮਕਾ ਕੇ ਬਦਲਿਆ ਗਿਆ, ਸਾਡੇ ਲਈ ਉਹ ਚੀਜ਼ ਦੇਣੀ ਬੜੀ ਔਖੀ ਆ ਜਿਹੜੀ ਸਾਨੂੰ ਨਾ ਮਿਲੀ ਹੋਵੇ। ਮੈਂ ਅਕਸਰ ਪੈਰੈਂਟ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੇ ਬੱਚੇ ਨੂੰ ਫਰੈਂਚ ਤਾਂ ਸਿਖਾ ਸਕਦੇ ਹੋ ਜੋ ਤੁਹਾਨੂੰ ਆਉਂਦੀ ਹੋਵੇ, ਪਰ ਅਸੀਂ ਉਹੀ ਲੈਂਗੁਏਜ ਸਿਖਾ ਸਕਦੇ ਜੋ ਸਾਨੂੰ ਆਉਂਦੀ ਹੋਊਗੀ, ਰਾਈਟ। ਸੋ ਪਹਿਲਾਂ ਤਾਂ ਅਸੀਂ ਇਹ ਲੈਂਗੁਏਜ ਆਪ ਸਿੱਖਣੀ ਆ, ਇਹ ਜਿਹੜੀ ਪੈਰੈਂਟਿੰਗ ਦੀ ਲੈਂਗੁਏਜ ਆਪ ਸਿੱਖਣੀ ਆ। ਪੈਰੈਂਟਿੰਗ ਇੱਕ ਬਾਇਓਲੋਜੀ ਜ਼ਰੂਰ ਆ, ਪਰ ਇੱਕ ਨੈਚੁਰਲ ਨਹੀਂ ਹੈ ਕਿ ਸਾਨੂੰ ਜਸਟ ਬਿਕਾਜ਼ ਸਾਡੇ ਸਰੀਰ ਇੱਕ ਬੱਚਾ ਪੈਦਾ ਕਰ ਸਕਦੇ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਬੱਚਿਆਂ ਨੂੰ ਸਾਂਭਣ ਦੇ ਕਾਬਿਲ ਵੀ ਹਾਂ, ਜਾਚ ਸਿਖਾਉਣ ਦੇ ਕਾਬਿਲ ਵੀ ਆ। ਜਾਂ ਅਕਸਰ ਅਸੀਂ ਕਹਿ ਦਿੰਦੇ ਕਿ ਜੇ ਬਾਇਓਲੋਜੀ ਆ, ਸਾਡੇ ਸਰੀਰ ਦੇ ਵਿੱਚੋਂ ਬੱਚਾ ਪੈਦਾ ਹੋ ਸਕਦਾ ਤੇ ਅਸੀਂ ਸਾਂਭ ਵੀ ਸਕਦੇ ਹਾਂ। ਇਹ ਸਾਨੂੰ ਸਿੱਖਣਾ ਪੈਂਦਾ ਵਾ। ਵੰਸ ਅਗੇਨ ਅਸੀਂ ਇਸ ਚੀਜ਼ ਨੂੰ ਲੈ ਕੇ ਚੱਲੀਏ ਜਦੋਂ ਕਿ ਪੇਰੈਂਟਸ ਦੀ ਕੋਸ਼ਿਸ਼ ਤਾਂ ਇਹੀ ਹੈ ਕਿ ਬੱਚਾ ਜਿਹੜਾ ਉਹ ਚੰਗਾ ਨਿਕਲੇ, ਚੰਗਾ ਇਨਸਾਨ ਬਣੇ, ਚੰਗੀ ਪੜ੍ਹਾਈ ਲਿਖਾਈ ਕਰ ਲਵੇ, ਉਹਨੂੰ ਕਾਬਿਲ ਬਣਾ ਲਈਏ। ਤੇ ਕਿਉਂਕਿ ਕੁਝ ਟਾਈਮ ਤੱਕ ਪੇਰੈਂਟਸ ਦਾ ਕੰਟਰੋਲ ਬੱਚੇ ਤੇ ਹੁੰਦਾ ਹੀ ਹੈ ਕਿ ਪੇਰੈਂਟਸ ਵਿਲ ਟੇਕ ਡਿਸੀਜਨ ਔਨ ਬਿਹਾਫ ਆਫ ਕਿਡਸ। ਤੇ ਉਸ ਵੇਲੇ ਜਿਹੜਾ ਹੈ ਟਕਰਾਅ ਜਦੋਂ ਆਉਂਦਾ ਕਿ ਬੱਚਾ ਆਪਣੀ ਗੱਲ ਕਹਿਣਾ ਚਾਹ ਰਿਹਾ, ਭਾਵੇਂ ਉਮਰ ਉਹਨਾਂ ਦੀ ਛੋਟੀ ਆ ਜਾਂ ਕੋਈ ਵੀ ਹੋਵੇ, ਜਾਂ ਟੀਨਸ 'ਚ ਪਹੁੰਚ ਜਾਓ, ਤਾਂ ਉਹ ਡੈਫੀਨੇਟਲੀ ਆਪਣੀ ਗੱਲ ਠੋਕ ਜਾ ਕੇ ਕਹਿੰਦੇ ਆ ਕਿ ਆਹ ਵੀ ਮੈਂ ਨਹੀਂ ਮੰਨਦਾ, ਜਾਂ ਤੁਸੀਂ ਆਹ ਕਿਉਂ ਕਹਿੰਦੇ ਆ, ਮੈਂ ਦੇਖ ਲਿਆ ਆ। ਸੋ ਉਸ ਵੇਲੇ ਜਿਹੜਾ ਟਕਰਾਅ ਹੈ ਉਹਨੂੰ ਜਿਵੇਂ ਕਹਿ ਲਓ ਨਾ ਕਿ ਈਜ਼ ਆਊਟ ਕਰਨਾ ਕਿਵੇਂ ਕੀਤਾ ਜਾ ਸਕਦਾ? ਸੋ ਫਰਸਟ ਆਫ ਆਲ ਤਾਂ ਸਾਨੂੰ ਇਹ ਮੰਨਣਾ ਪੈਣਾ ਕਿ ਜਦੋਂ ਅਸੀਂ ਬੱਚੇ ਨੂੰ ਆਪਦੇ ਨੂੰ ਡਿਸਿਪਲਿਨ ਕਰਨ ਦੀ ਕੋਸ਼ਿਸ਼ ਕਰਦੇ, ਅਸੀਂ ਕਿਸੇ ਨੂੰ ਮੈਨੀਪੂਲੇਟ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਸਟ ਆਪਦੇ ਆਪਣਾ ਇਮਾਨਦਾਰ ਹੋਣਾ, ਆਈ ਮੀਨ ਇਹ ਸੌਖਾ ਨਹੀਂ। ਆਪਾਂ ਨਹੀਂ ਕਹਿੰਦੇ ਕਿ ਸਿਰਫ ਇਹਨੂੰ ਘੰਟੇ 'ਚ ਬਦਲੋ, ਇੱਕ ਦਿਨ 'ਚ ਬਦਲੋ, ਈਜ਼ੀ ਨਹੀਂ ਹੈਗਾ। ਮੈਨੂੰ ਬਹੁਤ ਸੌਖਾ ਵਾ ਸਾਡੇ ਲਈ ਗੱਲਾਂ ਕਰਨੀਆਂ, ਪਰ ਬਹੁਤ ਔਖਾ ਇਹਨੂੰ ਆਪਦੀ ਲਾਈਫ ਤੇ ਪ੍ਰੈਕਟੀਕਲੀ ਕਰਨਾ। ਮੈਂ ਵੀ ਆਪਦੀ ਲਾਈਫ ਦੇ ਵਿੱਚ ਹਜੇ ਵੀ ਮੈਂ ਮੈਨੀਪੂਲੇਸ਼ਨ ਕੰਟਰੋਲ ਯੂਜ਼ ਕਰਦੀ ਹਾਂ ਆਪਦੇ ਰਿਸ਼ਤਿਆਂ 'ਚ। ਕਈ ਵਾਰ ਅਸੀਂ ਸਾਰੇ ਹੀ ਯੂਜ਼ ਕਰਦੇ, ਸਾਨੂੰ ਸਿਖਾਇਆ ਗਿਆ ਵਾ ਨਾ ਕੋਈ ਚੀਜ਼ ਬਦਲਣ ਵਾਸਤੇ, ਰਿਸ਼ਤੇ 'ਚ ਦਬਦਬ ਕੋਈ ਚੀਜ਼ ਬਦਲਣ ਵਾਸਤੇ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਐਜ਼ ਅ ਪੈਰੈਂਟ ਇਹ ਚੀਜ਼ ਆਪਦੇ ਆਪ 'ਚ ਸਵੀਕਾਰ ਕਰਨੀ ਆ ਕਿ ਸਾਨੂੰ ਕੰਟਰੋਲ ਤੇ ਮੈਨੀਪੂਲੇਟ ਕਰਨਾ ਸਿਖਾਇਆ ਗਿਆ, ਕਿਉਂਕਿ ਜਿਹੜੇ ਸਾਡੇ ਮਾਂ-ਬਾਪ ਸੀ ਉਹਨਾਂ ਨੇ ਵੀ ਸਾਨੂੰ ਬਦਲਣ ਲਈ ਇਹ ਚੀਜ਼ਾਂ ਵਰਤੀਆਂ, ਰਾਈਟ। ਐਂਡ ਹੁੰਦਾ ਕੀ ਆ, ਸੋ ਸਭ ਤੋਂ ਪਹਿਲਾਂ ਜਦੋਂ ਅਸੀਂ ਇਹ ਸਿੱਖ ਲੈਂਦੇ, ਸਾਡਾ ਆਲਰੇਡੀ ਅਸੀਂ ਥੋੜਾ ਕੌਨਸ਼ੀਅਸ ਬਣਨ ਲੱਗ ਜਾਂਦੇ ਕਿ ਮੈਂ ਇਸ ਇਨਸਾਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਐਂਡ ਤੁਸੀਂ ਦੇਖੋ ਕਿ ਜਦੋਂ ਕੋਈ ਤੁਹਾਨੂੰ ਕੰਟਰੋਲ ਤੇ ਮੈਨੀਪੂਲੇਟ ਕਰਨਾ ਚਾਹੁੰਦਾ, ਤੁਸੀਂ ਉਹ ਤੋਂ ਸਿੱਖ ਸਕਦੇ ਆ ਕਿ ਤੁਸੀਂ ਉਹ ਤੋਂ ਦੂਰ ਜਾਂਦੇ ਆ। ਦੂਰ ਜਾਂਦੇ ਬਿਕਾਜ਼ ਕੋਈ ਵੀ, ਆਈ ਮੀਨ ਅਕਸਰ ਮੈਂ ਕਹਿੰਦੀ ਹੁੰਦੀ ਕਿ ਆਪਣੇ ਬੱਚੇ ਇੱਕ ਪੌਦੇ ਦੀ ਤਰ੍ਹਾਂ ਵਾ।
ਜ਼ਰੂਰ ਤੁਸੀਂ ਉਹਨੂੰ ਸਨਲਾਈਟ ਦੇਣੀ ਆ, ਉਹਨੂੰ ਪਾਣੀ ਦੇਣਾ ਵਾ, ਉਹਦੇ ਤੇ ਰੇਨ ਵੀ ਪਵੇ, ਉਦੋਂ ਤੋਂ এনवायरमेंट ਵੀ ਮਿਲੇ, ਉਹਨੂੰ ਫਰਟੀਲਾਈਜ਼ਡ ਸੋਇਲ ਵੀ ਮਿਲੇ। ਆਫ ਕੋਰਸ ਉਹ ਚੀਜ਼ਾਂ ਸਾਰੀਆਂ ਚਾਹੀਦੀਆਂ ਐਜ਼ ਅ ਪੈਰੈਂਟ, ਸਾਨੂੰ ਕਰਨੀਆਂ ਵੀ ਪੈਂਦੀਆਂ ਵਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਅਸੀਂ ਉਹਦੇ ਫਲ ਤੇ ਵੀ ਕੰਟਰੋਲ ਪਾ ਸਕਦੇ ਹਾਂ। ਜੇ ਤੁਸੀਂ ਐਪਲ ਦਾ ਬੂਟਾ ਲਿਆ ਕੇ ਲਾਵੋ, ਜ਼ਰੂਰੀ ਨਹੀਂ ਤੁਸੀਂ ਆਪਦੀ ਮਦਦ ਨਾਲ ਕਹੋ ਕਿ ਨਹੀਂ ਹੁਣ ਤੇ ਔਰੰਜ ਲੱਗਣਗੇ, ਕਿਉਂਕਿ ਮੈਂ ਇਹਨੂੰ ਔਰੰਜ ਦੀ ਤਰ੍ਹਾਂ ਦੇਖਭਾਲ ਕਰ ਰਿਹਾ ਹਾਂ ਜੀ। ਉਵੇਂ ਸਾਡੇ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਦੇ ਇੱਕ ਪੌਦੇ ਦੀ ਤਰ੍ਹਾਂ ਹੁੰਦੇ ਜੋ ਵੱਖਰੇ ਹੁੰਦੇ ਆ। ਅਸੀਂ ਉਹਨਾਂ 'ਚ ਆਹ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ, ਪਰ ਸਾਡਾ ਇੰਨਾ ਕੰਟਰੋਲ ਕਿਤੇ ਵੀ ਨਹੀਂ ਬਣਦਾ ਕਿ ਇਹਦਾ ਫਲ ਕੀ ਨਿਕਲੂਗਾ। ਸੋ ਸਾਨੂੰ ਆਪਣੀ ਲਿਮਿਟਸ ਵੀ ਪਤਾ ਹੋਣੀ ਚਾਹੀਦੀ ਵੀ ਅਸੀਂ ਇੱਥੇ ਰੁਕ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਮੈਨੀਪੂਲੇਸ਼ਨ ਤੇ ਕੰਟਰੋਲ ਵਾਲੀਆਂ ਭਾਵਨਾਵਾਂ ਆਪਦੇ ਬੱਚੇ ਕੋਲ ਲੈ ਕੇ ਜਾਂਦੇ ਨਾ, ਉਹ ਆਲਰੇਡੀ ਸਾਡੇ ਤੋਂ ਭੱਜਣ ਲੱਗ ਜਾਂਦਾ, ਬਿਕਾਜ਼ ਕੋਈ ਵੀ ਇਨਸਾਨ ਉਸ એનર્ਜੀ 'ਚ ਰਹਿਣਾ ਨਹੀਂ ਚਾਹੁੰਦਾ। ਜਿਵੇਂ ਅਸੀਂ ਵੀ ਭੱਜਦੇ ਹੁੰਦੇ ਸੀ, ਸਾਡੇ ਅਕਸਰ ਕਹਾਵਤ ਆ ਕਿ ਜਿਵੇਂ ਸਾਡੇ ਮਾਂ-ਬਾਪ ਨੇ ਕੀਤਾ ਉਵੇਂ ਵੀ ਸਾਨੂੰ ਵੀ ਐਂ ਕਹਿੰਦੇ ਹੁੰਦੇ ਸੀ। ਹੁਣ ਸਾਨੂੰ ਪਤਾ ਵੀ ਉਹ ਚੰਗੇ ਵਾਸਤੇ ਕਹਿੰਦੇ ਹੁੰਦੇ ਸੀ, ਅਸੀਂ ਉਸ ਚੀਜ਼ ਨੂੰ ਚੰਗਾ, ਡਰਾਉਣਾ ਧਮਕਾਉਣਾ ਚੰਗਾ ਬਣਾਇਆ ਹੋਇਆ। ਪਰ ਇਹੀ ਚੀਜ਼, ਸਾਡਾ ਮਕਸਦ ਆ ਅਸੀਂ ਆਪਣੇ ਬੱਚੇ ਨੂੰ ਸੈਲਫ ਡਿਸਿਪਲਿਨ, ਮੈਂ ਅਕਸਰ ਕਹਿੰਦੀ ਹੁੰਦੀ ਆ ਜਦੋਂ ਅਸੀਂ ਕਿਸੇ ਦੀ ਕਰਦੇ ਕਿ ਮੈਂ ਸੈਲਫ ਡਿਸਿਪਲਿਨ ਆ, ਇਹਦਾ ਮਤਲਬ ਹੈ ਕਿ ਮੇਰੇ ਅੰਦਰੋਂ ਚੀਜ਼ਾਂ ਨਿਕਲਦੀਆਂ, ਅੰਦਰੋਂ ਡਿਸੀਜਨ ਲੈਂਦੀ ਆ। ਮੈਨੂੰ ਮੈਂ ਜਿਹੜਾ ਕੋਈ ਗਲਤ ਡਿਸੀਜਨ ਆ ਜਾਂ ਸਹੀ ਆ ਜਾਂ ਅਨਹੈਲਥੀ ਆ ਹੈਲਥੀ ਆ, ਉਹ ਮੈਂ ਆਪ ਸੈਲਫ ਡਿਸਿਪਲਿਨ ਕਰ ਸਕਾਂ ਤੇ ਬੱਚੇ ਨੂੰ। ਫੋਰ ਐਗਜ਼ਾਮਪਲ ਤੁਸੀਂ ਚਾਹੁੰਦੇ ਕਿ ਤੁਹਾਡਾ ਬੱਚਾ ਸੈਲਫ ਡਿਸਿਪਲਿਨ ਹੋਵੇ, ਐਂਡ ਸੈਲਫ ਡਿਸਿਪਲਿਨ ਲਈ ਸਾਨੂੰ ਸਿੱਖਣਾ ਵੀ ਆਪਦੇ ਆਪ ਪੈਣਾ। ਜਿਹੜੀ ਸੀਖ ਆ ਨਾ, ਉਹ ਸਾਡੇ ਤੇ ਕੋਈ ਸਿੱਟ ਨਹੀਂ ਸਕਦਾ, ਥੋਪ ਨਹੀਂ ਸਕਦਾ, ਸਿੱਖ ਨਹੀਂ ਹੋ ਸਕਦੀ। ਉਹ ਸਿੱਖ ਨਹੀਂ ਹੋ ਸਕਦੀ ਨਾ। ਤੁਹਾਡਾ ਟੀਚਰ ਵੀ ਤੁਸੀਂ ਜਾਣਦੇ ਹੋ, ਤੁਹਾਨੂੰ ਇਨਫੋਰਮੇਸ਼ਨ ਐ ਸਿੱਟੀ ਜਾਵੇ ਤਾਂ ਉਹ ਨਹੀਂ ਬਣਨੀ, ਉਹ ਤੁਹਾਨੂੰ ਆਪ ਗ੍ਰੈਸਪ ਕਰਨੀ ਪੈਣੀ ਆ। ਤੇ ਪਰ ਅਸੀਂ এনवायरमेंट ਕਿਹੋ ਜਿਹਾ ਕ੍ਰੀਏਟ ਕਰਨਾ ਕਿ ਸਾਡੇ ਬੱਚੇ ਉਸ ਇਨਫੋਰਮੇਸ਼ਨ ਨੂੰ ਆਪ ਗ੍ਰੈਸਪ ਕਰਨ ਤੇ ਆਪ ਸੈਲਫ ਡਿਸਿਪਲਿਨ ਬਣ। ਇਹਦੇ 'ਚ ਸੋਚਣ ਵਾਲੀ ਗੱਲ ਹੈ ਕਿ ਕਿਹੋ ਜਿਹੀਆਂ ਗੱਲਾਂ ਤੇ ਅੜ ਜਾਂਦੇ ਆ ਪਰਵਿੰਦਰ ਬੱਚੇ, ਕਹਿੰਦੇ ਟੀਵੀ, ਮੈਨੂੰ ਫੋਨ ਫੜਾ ਦਿਓ, ਨਹੀਂ ਤਾਂ ਚੀਕ ਚਿਹਾੜਾ ਪਾ ਦੇਣਾ, ਜਾਂ ਫਿਰ ਜੇ ਸ਼ਾਪਿੰਗ ਕਰਨ ਗਏ ਆ ਤਾਂ ਬਈ ਆਪਾਂ ਜੇ ਆਹ 4 ਖਿਡੌਣੇ ਨਾ ਲੈ ਕੇ ਗਏ, ਇੱਕ ਵੀ ਕੱਢਤਾ ਤੁਸੀਂ ਤੇ ਯੂ ਨੋ ਦ ਟੈਂਟਰਮਸ। ਜੀ ਹਾਂ, ਆਫ ਕੋਰਸ। ਸੋ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕਿਹਾਗਾ ਕਿ ਜਿਵੇਂ ਇੱਕ ਛੋਟਾ ਬੱਚਾ, ਚਲੋ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ, ਟੋਏ ਲੈਣ ਜਾਂਦਾ ਵਾ ਨਾ, ਸਟੋਰ ਜਾਂਦਾ, ਚਲ ਆਪਣੇ ਮਦਰ ਦੇ ਨਾਲ ਗਰੋਸਰੀ ਤੇ ਜਾਂਦਾ, ਕਿਉਂਕਿ ਮੈਨੂੰ ਏਦਾਂ ਦੀਆਂ ਐਗਜ਼ਾਮਪਲਸ ਬਹੁਤ ਜ਼ਿਆਦਾ ਆਉਂਦੀਆਂ ਵਾ। ਸੋ ਤੁਸੀਂ ਦੇਖੋ ਕਿ ਐਂਡ ਕਿਹੜੀ ਵੀ ਏਜ ਹੋ ਸਕਦੀ ਹੈ, 6, 7, 4, 5 ਸਾਲ ਦੀ ਹੋ ਸਕਦੀ ਹੈ ਬੱਚੇ ਦੀ। ਤੁਸੀਂ ਐਂਡ ਇਹਦੇ ਲਈ ਸਾਨੂੰ ਇੱਕ ਚਾਈਲਡ ਸਾਈਕੋਲੋਜੀ ਵੀ ਸਮਝਣੀ ਪੈਣੀ ਆ। ਐਂਡ ਇਹ ਗੱਲਾਂ ਮੈਂ ਸਮਝਦੀ ਹਾਂ, ਇਹ ਬੜੀਆਂ ਨਵੀਆਂ ਗੱਲਾਂ ਵਾ ਸਾਡੇ ਲਈ। ਸਾਨੂੰ ਲੱਗਦਾ ਵੀ ਬੱਚੇ ਅਸੀਂ ਪਾਲ ਤਾਂ ਰਹੇ ਹਾਂ, ਅਸੀਂ ਵੀ ਤਾਂ ਪਲੇ ਹਾਂ, ਪਰ ਅਸੀਂ ਹੈਲਥੀ ਤਰੀਕੇ ਨਾਲ ਇੱਕ ਬੱਚੇ ਦੀ ਮਾਨਸਿਕਤਾ ਹੈਲਥੀ ਤਰੀਕੇ ਨਾਲ ਕਿਵੇਂ ਡਿਵੈਲਪ ਕਰਨੀ ਆ। ਜਿਵੇਂ ਤੁਸੀਂ ਆਪਣੇ ਬੱਚੇ ਦਾ ਇੱਕ ਸਰੀਰ ਵੱਡਾ ਕਰ ਰਹੇ ਹੋ ਨਾ, ਉਹਦੇ ਵਿੱਚ ਪਿਆ ਦਿਮਾਗ ਵੀ ਉਸ ਬੱਚੇ ਦਾ ਡਿਵੈਲਪ ਹੋ ਰਿਹਾ ਹੁੰਦਾ ਵਾ। ਜੇ ਉਹ ਦਿਮਾਗ ਇੱਕ ਹੈਲਥੀ ਡਿਵੈਲਪਮੈਂਟ 'ਚ ਜਾਊਗਾ, ਉਹ ਆਉਣ ਵਾਲੀ ਲਾਈਫ ਦੇ ਵਿੱਚ ਇੱਕ ਹੈਲਥੀ ਡਿਸੀਜਨਸ ਲਊਗਾ। ਜੇ ਉਹਦੀ ਡਿਵੈਲਪਮੈਂਟ ਕਿਸੇ ਨਾ ਕਿਸੇ ਕਾਰਨ ਡਿਸਫੰਕਸ਼ਨ ਹੋ ਜਾਂਦੀ ਆ, ਤੇ ਉਹਦੀ ਆਉਣ ਵਾਲੀ ਲਾਈਫ ਦੇ ਵਿੱਚ ਵੀ ਜਿਹੜੇ ਉਹਦੇ ਡਿਸੀਜਨਸ ਹੋਣਗੇ ਉਹ ਡਿਸਫੰਕਸ਼ਨਲ, ਡਿਸਟਰਕਟਿਵ ਹੋਣਗੇ। ਸੋ ਹਾਂਜੀ, ਫੋਰ ਐਗਜ਼ਾਮਪਲ ਇੱਕ ਬੱਚਾ ਜਾਂਦਾ, ਸਟੋਰ ਜਾਂਦਾ, ਤੁਸੀਂ ਆਮ ਦੇਖੋ ਕਿ 4-5 ਸਾਲ ਦੇ ਬੱਚੇ ਵਾਸਤੇ ਇੰਨੇ ਸਾਰੇ ਟੋਏ ਵੇਖਣਾ ਤੇ ਫਿਰ ਉਹਨਾਂ ਨੂੰ ਨਾਂ ਲੈਣਾ ਕਿੰਨੀ ਔਖੀ ਚੀਜ਼ ਹੈ। ਤੁਸੀਂ ਕਦੇ ਐਜ਼ ਅ ਮਦਰ, ਆਈ ਡੋਨਟ ਨੋ ਜੇ ਤੁਸੀਂ ਕਦੇ ਮੇਕਅਪ ਸ਼ਾਪ ਤੇ ਗਏ ਹੋ ਜਾਂ ਕੱਪੜਿਆਂ ਵਾਲੀ ਸ਼ਾਪ ਤੇ, ਕਿੰਨਾ ਔਖਾ ਹੋ ਜਾਂਦਾ ਨਾ ਉਹ ਚੀਜ਼ਾਂ ਨਾਂ ਲੈਣੀਆਂ। ਕੋਈ ਨਾ ਕੋਈ ਫਿਰ ਵੀ ਅਸੀਂ ਲੈ ਹੀ ਆਉਣੇ, ਐਂਡ ਉਹ ਐਜ਼ ਅ ਅਡਲਟ ਵੀ ਅਸੀਂ ਏਦਾਂ ਕਰਦੇ ਹਾਂ ਨਾ। ਸੋ ਐਜ਼ ਅ ਬੱਚੇ ਦੀ ਸਾਈਕੋਲੋਜੀ ਜੇ ਅਸੀਂ ਸਮਝੀਏ ਕਿ ਇਟ ਇਜ਼ ਸੋ ਹਾਰਡ ਕਿ ਇੰਨੇ ਟੋਇਜ਼ ਵੇਖ ਕੇ ਉਹਨਾਂ 'ਚ ਇੰਨਾ ਉਸ ਬੱਚੇ 'ਚ ਡਿਸਿਪਲਿਨ ਨਹੀਂ ਹੁੰਦਾ। ਇੰਨਾ ਉਸ 4-5 ਸਾਲ ਦੇ ਬੱਚੇ ਦੇ ਦਿਮਾਗ ਦੇ ਵਿੱਚ ਡਿਸਿਪਲਿਨ ਹੈ ਨਹੀਂਗਾ ਕਿ ਉਹ ਕਵੇ ਕਿ ਨਹੀਂ ਇਟਸ ਓਕੇ ਮਮਾ, ਮੈਂ ਨਹੀਂ, ਤੁਹਾਡੀ ਫੈਂਟਸੀ ਹੋ ਸਕਦੀ ਆ, ਪਰ ਬੱਚੇ 'ਚ ਡਿਸਿਪਲਿਨ ਨਹੀਂ। ਸੋ ਇਵੇਂ ਇਸ ਬੱਚੇ ਨੂੰ ਡਿਸਿਪਲਿਨ ਅਸੀਂ ਸਿਖਾ ਸਕਦੇ ਹਾਂ। ਸੋ ਪਹਿਲਾਂ ਤਾਂ ਇਹ ਮੰਨ ਕੇ ਚੱਲੋ ਕਿ ਉਹਦੇ ਦਿਮਾਗ ਦਾ, ਇੱਕ ਅਡਲਟ ਤੇ ਇੱਕ ਬੱਚੇ ਨੂੰ ਕੁਦਰਤ ਨੇ ਤਾਂ ਪਾਇਆ ਕਿਉਂਕਿ ਜਿਹੜਾ ਬੱਚਾ ਵਾ ਉਹ ਅਡਲਟ ਦਾ ਦਿਮਾਗ ਯੂਜ਼ ਕਰਦਾ ਵਾ ਬਹੁਤ ਸਾਰਾ। ਤੁਸੀਂ ਪਰ ਦੇਖੋ ਕਿ ਤੁਸੀਂ ਬੱਚੇ ਨੂੰ ਉੱਥੇ ਸੜਕ ਕ੍ਰਾਸ ਕਰਕੇ ਜਾਂਦੇ ਹੋ, ਬੱਚਾ ਤੁਹਾਡਾ ਦਿਮਾਗ ਯੂਜ਼ ਕਰਦਾ ਕਿ ਰੈੱਡ 'ਚ ਜਾਣਾ ਜਾਂ ਗ੍ਰੀਨ 'ਚ ਜਾਣਾ। ਇਸ ਕਰਕੇ ਤੁਸੀਂ ਦੇਖੋ ਕਿ ਕੋਈ ਵੀ ਜਾਨਵਰ ਇਹੋ ਜਿਹਾ ਨਹੀਂ ਹੈਗਾ ਜਿਹੜਾ ਆਪਣੇ ਆਪ ਦੇ ਬੱਚਿਆਂ ਨੂੰ 18 ਸਾਲ ਤੱਕ ਪਾਲਦਾ। 4-5 ਮਹੀਨਿਆਂ ਦੇ ਵਿੱਚ ਜਿਹੜੇ ਜਾਨਵਰ ਦੇ ਬੱਚੇ ਉਹ ਆਪਦੇ ਆਪ ਚਲੇ ਜਾਂਦੇ, ਉਹ ਫਿਰ ਮਾਂ-ਬਾਪ ਪਿੱਛੇ ਚੜ। ਪਰ ਸਾਡੀ ਉਹ ਇੱਕ ਇਨਸਾਨੀਅਤ ਦੀ ਕਿਹੋ ਜਿਹੀ ਜ਼ਿੰਮੇਵਾਰੀ ਹੈ ਕਿ ਅਸੀਂ 19 ਸਾਲ ਤੱਕ ਬੱਚਾ ਪਾਲਣਾ, ਤੇ ਕਈ ਵਾਰ ਜੇ ਸਾਡਾ ਡਿਸਫੰਕਸ਼ਨ ਕ੍ਰੀਏਟ ਕਰੀ ਫਿਰ ਤਾਂ ਸਾਰੀ ਉਮਰ ਹੀ ਅਸੀਂ ਬੱਚਾ ਉਹ ਪਾਲਣਾ ਪੈਂਦਾ ਸਾਨੂੰ।
ਰਾਈਟ। ਸੋ ਇਸ ਕਰਕੇ ਜਦੋਂ ਅਸੀਂ ਆਪਣੇ ਬੱਚੇ ਦੀ, ਸੋ ਉਸ ਬੱਚੇ 'ਚ ਇੰਨਾ ਡਿਸਪਲਿਨ ਹੈ ਨਹੀਂ। 4-5 ਸਾਲ ਦੇ ਬੱਚੇ ਦੇ ਜਦੋਂ ਟੋਇਜ਼ ਵੇਖੇ, ਸੁਭਾਵਿਕ ਆ ਜਿਹੜੀ ਉਹਦੀ ਐਕਸਾਈਟਮੈਂਟ ਲੈਵਲ ਆ ਉਹਦੇ ਦਿਮਾਗ ਦੀ, ਉਹ ਚਾਹੂਗਾ। ਬਹੁਤ ਔਖਾ ਵਾ ਉਹਦੇ ਲਈ ਇਸ ਚੀਜ਼ ਨੂੰ ਇਗਨੋਰ ਕਰਨਾ, ਰਾਈਟ। ਸੋ ਜਦੋਂ ਐਜ਼ ਆ ਉਹ ਟੋਏ ਚੱਕਦਾ ਵਾ, ਕਹਿੰਦਾ ਮੈਂ ਨਹੀਂ ਲੈਣਾ ਵਾ, ਐਂਡ ਆਫ ਕੋਰਸ ਵਾਟ ਐਵਰ ਰੀਜ਼ਨ ਕਰਕੇ, ਆਪਾਂ ਇਹ ਨਹੀਂ ਕਹਿ ਰਹੇ ਕਿ ਮਦਰ ਨੂੰ ਹੈਵ ਟੂ ਟੋਏ ਲੈ ਕੇ ਦੇਣਾ ਪੈਣਾ ਜਾਂ ਫਾਦਰ ਨੂੰ, ਪਰ ਜਦੋਂ ਅਸੀਂ ਉਹ ਟੋਏ ਤੋਂ ਪਾਸੇ ਲਾ ਕੇ ਰੱਖਾਂਗੇ, ਉਸ ਬੱਚੇ ਦੀਆਂ ਭਾਵਨਾਵਾਂ ਆਉਣਗੀਆਂ, ਰਾਈਟ। ਉਹ ਟੈਂਟਰਮ ਕਰੂਗਾ, ਫਰਸਟ੍ਰੇਸ਼ਨ ਹੋਊਗਾ, ਡਿਸਅਪੋਇੰਟਮੈਂਟ, ਉਹ ਸਾਰੀਆਂ ਚੀਜ਼ਾਂ ਆਉਣਗੀਆਂ। ਐਂਡ ਮਾਪੇ ਕੀ ਕਰਦੇ, ਉਹ ਸਟੇਟ ਤੋਂ ਡਰ ਕੇ ਉਹ ਟੋਏ ਲੈ ਦਿੰਦੇ ਆ। ਉਹ ਕਹਿੰਦੇ ਤੂੰ ਬਸ ਖਹਿੜਾ ਛੱਡ ਤੇ ਆ ਲੈ, ਰੋ ਨਾ ਤੇ ਖਹਿੜਾ ਛੱਡ, ਰਾਈਟ। ਐਂਡ ਇੱਥੇ ਅਸੀਂ ਜਿਹੜੀਆਂ ਭਾਵਨਾਵਾਂ ਦੇ ਵਿੱਚੋਂ ਅਸੀਂ ਉਹਨਾਂ ਨੂੰ ਨਿਕਲਣਾ ਸਿਖਾਉਣਾ ਹੁੰਦਾ, ਅਸੀਂ ਉਹ ਭਾਵਨਾਵਾਂ ਦੱਬ ਦਿੰਦੇ ਆ, ਰਾਈਟ। ਸੋ ਜੇ ਅਸੀਂ ਫੋਰ ਐਗਜ਼ਾਮਪਲ ਟੋਏ ਨਹੀਂ ਲੈ ਕੇ ਦੇਣਾ, ਟੋਏ ਜੇ ਬੱਚੇ ਨੇ 3-4 ਚੱਕ ਲਏ, ਅਸੀਂ ਨਹੀਂ ਲੈ ਕੇ ਦੇਣਾ, ਇਹ ਚੀਜ਼ ਨੂੰ ਐਕਸਪੈਕਟ ਕਰੋ, ਇਹ ਮੰਨੋ ਕਿ ਹੁਣ ਉਹ ਬੱਚੇ ਦੇ ਅੰਦਰ ਇੱਕ ਭਾਵਨਾਵਾਂ ਦਾ ਜਿਹੜਾ ਹੜਾ, ਐਗਜ਼ੈਕਟਲੀ, ਜਿਹੜਾ ਭਾਵਨਾਵਾਂ ਦਾ ਹੜਾ ਆਊਗਾ, ਰਾਈਟ। ਪਰ ਅਸੀਂ ਉਹਨਾਂ ਨੂੰ ਹੈਲਪ ਕਿਵੇਂ ਕਰਨੀ ਉਹਨੂੰ ਠੀਕ ਕਰਨ ਦੀ। ਸੋ ਤੁਸੀਂ ਆਮ ਦੇਖੋਗੇ ਕਿ ਜੇ ਉਸ ਭਾਵਨਾਵਾਂ ਦੇ ਹੜ ਦੇ ਵਿੱਚ ਤੁਸੀਂ ਵੀ ਹੜ ਆ ਗਿਆ ਤੁਹਾਡਾ ਵੀ, ਤੇ ਫਿਰ ਤਾਂ ਬਹੁਤ ਔਖਾ ਵਾ। ਐਂਡ ਅਕਸਰ ਆ ਜਾਂਦਾ ਵਾ, ਰਾਈਟ। ਜਦੋਂ ਇੱਕ ਬੱਚੇ ਦੇ ਮਾਨਸਿਕ ਭਾਵਨਾਵਾਂ ਆ ਗਈਆਂ ਤੇ ਮਦਰ ਦੀਆਂ ਤਾਂ ਫਾਦਰ ਦੀਆਂ ਵੀ ਉਦੋਂ ਜਾਗ ਜਾਂਦੀਆਂ, ਤੇ ਅਸੀਂ ਵੀ ਉਨਾ ਹੀ ਗੁੱਸਾ ਹੋਣ ਲੱਗ ਜਾਂਦੇ ਆ। ਫਿਰ ਆਬਵੀਅਸਲੀ ਫਿਰ ਦੋ ਬੱਚੇ ਹੀ ਲੜ ਰਹੇ ਹੁੰਦੇ ਆ, ਫਿਰ ਕੋਈ ਇੱਕ ਅਡਲਟ ਤੇ ਬੱਚਾ ਨਹੀਂ ਹੁੰਦਾ। ਸੋ ਟਰੂ। ਕੋਈ, ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਜਦੋਂ ਅਸੀਂ ਹਸਬੈਂਡ ਵਾਈਫ ਹੀ ਲੜਦੇ ਆ, ਹਮੇਸ਼ਾ ਦੋ ਬੱਚੇ ਲੜਦੇ ਆ, ਦੋ ਅਡਲਟ ਕਦੇ ਨਹੀਂ ਲੜਦੇ। ਲੜਾਈਆਂ ਸਾਡੀਆਂ ਦੇਖ ਲਓ ਬਹੁਤ ਬੱਚਿਆਂ ਵਾਲੀਆਂ ਹੁੰਦੀਆਂ ਵਾ, ਹਸਬੈਂਡ ਵਾਈਫ ਦੀਆਂ। ਐਂਡ ਜਾਂ ਤਾਂ ਅਸੀਂ ਪੇਰੈਂਟਾਂ ਵੀ ਲੜ ਰਹੇ ਹਾਂ। ਸੋ ਅਸੀਂ ਉਹਨਾਂ ਭਾਵਨਾਵਾਂ, ਸੋ ਜੇ ਅਸੀਂ ਸੋਚ ਲਈਏ ਕਿ ਉਸ ਬੱਚੇ ਦੇ ਭਾਵਨਾਵਾਂ ਦਾ ਹੜ ਆਉਣਾ ਵਾ, ਤੇ ਅਸੀਂ ਉਹ ਹੜ ਨੂੰ ਸਾਂਭਣਾ। ਸੋ ਫਰਸਟ ਆਫ ਆਲ ਸਾਡੇ ਲਈ ਉਹ ਸਾਂਭਣਾ ਕਿਉਂ ਆ ਭਾਵਨਾਵਾਂ ਦਾ ਹੜ? ਕਿਉਂਕਿ ਸਾਡਾ ਵੀ ਕਿਸੇ ਨੇ ਨਹੀਂ ਸਾਂਭਿਆ। ਐਂਡ ਇਸ ਕਰਕੇ ਸਾਨੂੰ ਵੀ ਉਹ ਹੜ ਬਿਨਾਂ ਕਹੇ ਤੇ ਹੀ ਆ ਜਾਂਦਾ ਸਾਡੇ ਵੀ। ਬਹੁਤ ਔਖਾ ਵਾ, ਜਿਵੇਂ ਮੈਂ ਕਿਹਾ ਆਪਾਂ ਨੇ ਗੱਲ ਕਰਨੀ ਬਹੁਤ ਔਖੀ ਆ, ਪਰ ਇੱਕ ਜਿਹੜੀ ਮਦਰ ਆਪਦੇ ਬੱਚੇ ਨੂੰ ਸਾਂਭਦੀ ਉਸ ਟਾਈਮ, ਬਹੁਤ ਔਖਾ ਵਾ ਆਪਦੇ ਆਪ ਨੂੰ ਸ਼ਾਂਤ ਰੱਖਣਾ ਉਸ ਬਿਕਾਜ਼ ਜਦੋਂ ਬੱਚੇ ਦੀਆਂ ਭਾਵਨਾਵਾਂ ਆ ਗਿਆ, ਬੱਚਾ ਰੋਣ ਲੱਗ ਗਿਆ, ਸਾਡੇ 'ਚ ਸ਼ੇਮ ਆ ਜਾਂਦੀ, ਗਿਲਟ ਆ ਜਾਂਦੀ, ਲੋਕ ਕੀ ਕਹਿਣਗੇ, ਆਪਦੇ ਆਪ 'ਚ ਐਂਗਜ਼ਾਇਟੀ ਆ ਜਾਂਦੀ ਆ। ਐਂਡ ਫਿਰ ਉਹ ਦੋਨੇ ਭਾਵੁਕ ਮਿਕਸ ਹੋ ਜਾਂਦੀਆਂ ਵਾ, ਐਂਡ ਇੱਥੇ ਸਾਡਾ ਰਿਸ਼ਤਾ ਡੈਮੇਜ ਹੁੰਦਾ ਵਾ। ਹੋਣਾ ਇੱਕ ਹੈਲਥੀ ਤਰੀਕੇ ਨਾਲ ਕੀ ਚਾਹੀਦਾ ਸੀ, ਜਿਹੜਾ ਕਿ ਸਾਡੇ ਕਿਸੇ ਨਾਲ ਨਹੀਂ ਹੋਇਆ। ਅਗੇਨ ਆਪਾਂ ਬਲੇਮ ਨਹੀਂ ਕਰ ਰਹੇ, ਸਾਡੇ ਕਿਸੇ ਨਾਲ ਨਹੀਂ ਹੋਇਆ ਤੇ ਸਾਨੂੰ ਇਹ ਚੀਜ਼ ਦੇਣੀ ਔਖੀ ਆ। ਸੋ ਸਾਨੂੰ ਪਹਿਲਾਂ ਆਪਣੇ ਆਪ ਸਿੱਖਣੀ ਪੈਣੀ ਆ, ਫਿਰ ਅਸੀਂ ਇਹ ਚੀਜ਼ ਦੇ ਸਕਦੇ ਹਾਂ। ਸੋ ਹੋਣਾ ਇੱਕ ਹੈਲਥੀ ਸੈਂਸ ਤਰੀਕੇ ਨਾਲ ਕੀ ਸੀ ਕਿ ਜਦੋਂ ਇੱਕ ਬੱਚਾ ਰੋ ਰਿਹਾ ਵਾ, ਫਰਸਟ੍ਰੇਸ਼ਨ ਆ, ਇੱਕ ਡਿਸਅਪੋਇੰਟਮੈਂਟ ਆ, ਉਸ ਬੱਚੇ ਨੂੰ ਸ਼ਾਂਤ ਕਰਨ ਲਈ ਪਹਿਲਾਂ ਅਸੀਂ ਸ਼ਾਂਤ ਹੁੰਦੇ। ਐਂਡ ਤੁਸੀਂ ਦੇਖੋ ਕਿ ਜੇ ਤੁਸੀਂ ਫੋਰ ਐਗਜ਼ਾਮਪਲ ਉਸ ਬੱਚੇ, ਤੁਸੀਂ ਹੋ ਸਕਦਾ ਤੁਹਾਡੇ 'ਚ ਐਂਗਜ਼ਾਇਟੀ ਆ ਜੇ, ਸਾਰੀਆਂ ਭਾਵਨਾਵਾਂ, ਸ਼ੇਮ, ਗਿਲਟ ਆ ਜੇ, ਤੇ ਤੁਸੀਂ ਲੰਮੇ ਸਾਹ ਲੈ ਸਕਦੇ ਹੋ। ਐਂਡ ਇਹ ਐਵੇਂ ਨਹੀਂ ਹੈਗਾ ਕਿ ਅੱਜ ਮੈਂ ਤੁਹਾਨੂੰ ਇਹ ਗੱਲ ਦੱਸੀ ਤੇ ਕੱਲ ਨੂੰ ਤੁਸੀਂ ਅਪਣਾਉਣ ਲੱਗ ਜਾਓਗੇ। ਇਟ ਵਿਲ ਟੇਕ ਟਾਈਮ, ਹੈ ਨਾ। ਸੋ ਲੰਮਾ ਸਾਹ ਲੈ ਸਕਦੇ ਹੋ। ਸੋ ਆਪਦੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਜਦ ਤੁਹਾਡਾ ਬੱਚਾ ਰੋ ਰਿਹਾ ਵਾ। ਜਦੋਂ ਤੁਹਾਨੂੰ ਲੱਗਿਆ ਕਿ ਤੁਸੀਂ ਸ਼ਾਂਤ ਆ, ਉਦੋਂ ਤੁਸੀਂ ਆਪਣੇ ਬੱਚੇ ਨੂੰ ਇਸ ਚੀਜ਼ 'ਚੋਂ ਕੱਢ ਸਕਦੇ ਹੋ, ਇਸ ਭਾਵਨਾਵਾਂ ਦੇ ਹੜ 'ਚੋਂ ਕੱਢ ਸਕਦੇ ਹੋ। ਫਿਰ ਚਾਹੇ ਤੁਸੀਂ ਉਹਦੀ ਬੈਕ ਤੇ ਹੱਥ ਮਾਰੋ, ਉਹਨੂੰ ਸਮਝੋ ਕਿ ਇਹ ਉਹਦੇ ਲਈ ਔਖਾ ਵਕਤ ਆ, ਇਹ ਔਖਾ ਵਕਤ ਆ ਉਹਦੇ ਲਈ। ਐਂਡ ਜਦੋਂ ਤੁਸੀਂ ਕਈ ਵਾਰ ਫੋਰ ਐਗਜ਼ਾਮਪਲ, ਕਈ ਵਾਰ ਆਪਾਂ ਕਿਸੇ ਨਾਲ ਲੜਾਈ ਵੀ ਹੁੰਦੀ ਹੈ ਤੇ ਕੋਈ ਸਾਨੂੰ ਸਮਝ ਜਾਂਦਾ ਵੀ ਨਹੀਂ, ਇਹ ਤਾਂ ਦਿਨ ਅੱਜ ਔਖਾ ਰਿਹਾ ਹੋਗਾ, ਤੇ ਸਾਨੂੰ ਕਿੰਨਾ ਚੰਗਾ ਨਹੀਂ ਮਹਿਸੂਸ ਹੁੰਦਾ, ਸਾਨੂੰ ਗੁੱਡ ਫੀਲ ਹੁੰਦਾ ਕਿ ਇਸ ਇਨਸਾਨ ਨੇ ਸਾਨੂੰ ਸਮਝਿਆ। ਹਾਂਜੀ, ਹੈ ਨਾ। ਕਈ ਵਾਰ ਅਸੀਂ ਘਰੇ ਜਾਂਦੇ ਹਾਂ ਤਾਂ ਬੜੇ ਫਰਸਟ੍ਰੇਟਡ ਹੁੰਦੇ, ਡਿਸਅਪੋਇੰਟਮੈਂਟ ਹੁੰਦੇ, ਉਹ ਕਹਿਣਗੇ ਵੀ ਨਹੀਂ ਤੁਹਾਡਾ ਦਿਨ ਅੱਜ ਸ਼ਾਇਦ ਖਰਾਬ ਰਿਹਾ ਵਾ। ਤੇ ਉਵੇਂ ਜਦੋਂ ਅਸੀਂ ਬੱਚੇ ਨੂੰ ਆਪਦੇ ਨੂੰ ਸਮਝ ਕਿ ਇਹਦਾ ਬੁਰਾ ਵਕਤ ਚੱਲ ਰਿਹਾ, ਇਹ ਬੁਰਾ ਵਕਤ ਮੈਨੂੰ ਦੇ ਨਹੀਂ ਰਿਹਾ, ਇਹਦੇ ਅੰਦਰ ਬੁਰਾ ਵਕਤ ਚੱਲ ਰਿਹਾ, ਐਂਡ ਐਜ਼ ਅ ਪੇਰੈਂਟ ਮੈਨੂੰ ਇਹਦੇ ਅੰਦਰਲੇ ਬੁਰੇ ਵਕਤ ਨੂੰ ਸਾਂਭਣ ਦੀ ਲੋੜ ਹੈ। ਸੋ ਜਦੋਂ ਅਸੀਂ ਜਦੋਂ ਅਸੀਂ ਅੰਦਰੋਂ ਜਦੋਂ ਅਸੀਂ ਸ਼ਾਂਤ ਹੋ ਗਏ ਨਾ, ਸਾਡਾ ਬੱਚਾ ਉਸ ਸ਼ਾਂਤੀ ਨੂੰ ਕੈਚ ਕਰਦਾ ਵਾ। ਠੀਕ ਹੈ। ਸੋ ਜਦੋਂ ਸ਼ਾਂਤੀ ਨੂੰ ਕੈਚ ਕਰਦਾ, ਤੁਸੀਂ ਰਿਫਲੈਕਟ ਕਰਿਓ, ਤੁਸੀਂ ਦੇਖਿਓ ਵੀ ਐਕਸਪੈਰੀਮੈਂਟ ਕਰਕੇ, ਤੁਹਾਡੇ ਬੱਚੇ ਦਾ ਰੋਣਾ ਤੇ ਫਰਸਟ੍ਰੇਸ਼ਨ ਡਾਊਨ ਹੋਣ ਲੱਗ ਜਾਣਗੀਆਂ। ਐਨੀਵੇਜ਼ ਉਹ ਇੰਨਾ ਚਿਰ ਨਹੀਂ ਰਹਿੰਦੀਆਂ ਗੀਆਂ, ਤੁਸੀਂ ਉਦੋਂ ਹੀ ਜ਼ਿਆਦਾ ਚਿਰ ਰਹਿੰਦੀਆਂ ਵਾ ਜਦੋਂ ਅਸੀਂ ਵੀ ਉਸੇ ਹੜ 'ਚ ਸ਼ਾਮਿਲ ਹੋ ਜਾਂਦੇ। ਦੈਟਸ ਸੋ ਟਰੂ। ਸੋ ਜਦੋਂ ਅਸੀਂ ਉਸ ਹੜ ਦੇ ਵਿੱਚ ਸ਼ਾਮਿਲ ਨਹੀਂ ਹੁੰਦੇ ਤੇ ਅਸੀਂ ਉਹਨਾਂ ਦੀ ਬੈਕ ਤੇ ਮਸਾਜ ਕਰ ਦਿੰਦੇ ਆ, ਜਾਂ ਅਸੀਂ ਸਮਝ ਲੈਂਦੇ ਆ ਉਹਨਾਂ ਨੂੰ ਵੀ। ਜਦੋਂ ਅਸੀਂ ਲੰਮਾ ਸਾਹ ਲੈਣ ਲੱਗ ਜਾਂਦੇ, ਕਈ ਵਾਰ ਬੱਚੇ ਵੀ ਲੰਮਾ ਸਾਹ ਲੈਣ ਲੱਗ ਜਾਂਦੇ, ਐਂਡ ਹੌਲੀ ਹੌਲੀ ਕੀ ਹੁੰਦਾ ਕਿ ਜਿਹੜਾ ਤੁਹਾਡਾ ਬੱਚਾ ਵਾ ਉਹ ਨਾਰਮਲ ਲੈਵਲ ਤੇ ਆ ਜਾਂਦਾ, ਉਹ ਹੜ 'ਚੋਂ ਨਿਕਲ ਜਾਂਦਾ ਵਾ। ਐਂਡ ਹੁਣ ਇਹ ਬਹੁਤ ਵਧੀਆ ਤੁਸੀਂ ਸਕਿੱਲ ਐਡ ਕੀਤੀ ਆ, ਆਪਦੇ ਬੱਚੇ ਨੂੰ ਸਿਖਾਈ ਕਿ ਹੜ 'ਚੋਂ ਕਿਵੇਂ ਨਿਕਲਣਾ। ਕਿਉਂਕਿ ਜਦੋਂ 25 ਸਾਲਾਂ ਦੀ ਉਮਰ ਦੇ ਵਿੱਚ ਵੀ ਉਹਦੇ ਬੌਸ ਨੇ ਉਹਨੂੰ ਕੁਝ ਕਹਿਤਾ ਤੇ ਉਹ ਹੜ ਚੱਲ ਜਾਊਗਾ।
ਇੱਕ ਤਾਂ ਨੋ ਕਹਿਣ ਵਾਲਿਆਂ ਵਾਸਤੇ ਕੀ ਕੀਤਾ ਜਾਵੇ ਕਿ ਕਹਿੰਦੇ ਮੈਂ ਆਪਣੀ ਬੇਟੀ ਨੂੰ ਸਮਝਾਉਣੀ ਹੈ ਤਾਂ ਉਹ ਹਰੇਕ ਚੀਜ਼ ਨਾ ਨਾ ਨਾ। For sure. And I think ਪਤਾ ਕੀ ਆ and ਇਹ ਥੋੜੀ ਜੀ ਕੰਟਰਡਿਕਟ ਕਰੂਗੀ ਬਿਕਾਜ਼ ਜਿਹੜੇ ਕਲਚਰ ਚੋਂ ਅਸੀਂ ਆਏ ਆ ਨਾ, ਜੇ ਪੇਰੈਂਟ ਨੇ ਸਾਨੂੰ ਕੋਈ ਗੱਲ ਕਹੀ ਆ ਸਾਨੂੰ ਹਾਂ 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 ਹੀ ਕਰਨੀ ਆ, ਰਾਈਟ। ਐਂਡ ਜਿੱਥੇ ਅਸੀਂ ਨਾ, ਸੋ ਜੇ ਤੁਹਾਡੀ ਬੇਟੀ ਨਾ ਕਹਿ ਰਹੀ ਆ, ਇਹਦਾ ਮਤਲਬ ਹੈ ਉਹ ਆਪਦੀ ਅੰਦਰ ਦੀ ਕਿਸੇ ਚੀਜ਼ ਨੂੰ ਆਪਦੇ ਨੂੰ ਆਪ ਨੂੰ ਦਬਾ ਨਹੀਂ ਰਹੀ। and I mean it's okay, ਆਪਾਂ ਹਰ ਚੀਜ਼ ਨੂੰ ਬੈਲੈਂਸਡ ਹੋਣਾ ਜ਼ਰੂਰੀ ਆ, for sure, ਪਰ ਤੁਸੀਂ ਅਪਰੀਸ਼ੀਏਟ ਕਰ ਸਕਦੇ ਹੋ ਕਿ ਮੇਰੀ ਬੱਚੀ ਅੰਦਰੋਂ ਕੋਈ ਚੀਜ਼ ਦਬਾ ਨਹੀਂ ਰਹੀ। ਇਹਦਾ ਮਤਲਬ ਹੈ ਉਹ ਆਵਾਜ਼ ਉਠਾ ਸਕਦੀ ਕਿਸੇ ਚੀਜ਼ ਵਾਸਤੇ, ਜਦੋਂ ਕੋਈ ਗਲਤ ਜਿਹੜੀ ਚੀਜ਼ ਉਹਨੂੰ ਸਹੀ ਨਾ ਲੱਗੇ ਉਹ ਨੋ ਕਹਿ ਸਕਦੀ ਆ। ਮੈਨੂੰ ਕਿੱਡੀ ਵੱਡੀ ਸਕੇਲ ਆ ਵੈਸੇ। ਮੈਨੂੰ ਦੇਖੋ, ਜੇ ਤੂੰ ਹਰ ਚੀਜ਼ ਤੇ ਉਹ ਤੁਹਾਡੀ ਹਾਂ ਹਾਂ ਕਰੀ ਜਾਵੇ, ਇਟਸ ਅ ਵੈਰੀ ਡੇਂਜਰਸ ਥਿੰਗ, ਕਿਉਂਕਿ ਬਾਹਰ ਜਾ ਕੇ ਵੀ ਉਹ ਕਿਸੇ ਦੇ ਵੀ ਮਗਰ ਲੱਗ ਸਕਦੀ ਆ। ਸੋ ਗੁੱਡ ਜੇ ਉਹ ਨੋ, ਪਰ ਹਾਂ ਇੱਕ ਬੈਲੈਂਸ ਦੇ ਵਿੱਚ। ਫੋਰ ਐਗਜ਼ਾਮਪਲ, ਜੇ ਤੁਸੀਂ ਅਪਰੀਸ਼ੀਏਟ ਕਰ ਸਕਦੇ ਉਹਦੀ ਨੋ ਨੂੰ, ਲਾਈਕ ਕਿੰਨੀ ਏਜ ਦੀ ਆਈ ਡੋਨਟ ਨੋ ਨਾਓ, ਪਰ ਜੇ ਉਹਦੀ ਤੁਸੀਂ ਅਪਰੀਸ਼ੀਏਟ ਕਰਦੇ ਕਿ ਮੈਂ ਸਮਝਦੀ ਤੇਰੇ ਲਈ ਔਖਾ ਵਾ, ਇਹ ਤੇਰੇ ਇਹਦੀਆਂ ਭਾਵਨਾਵਾਂ, ਫੋਰ ਸ਼ੋਰ। ਆਈ ਮੀਨ ਕਈ ਥਾਵਾਂ ਤੇ ਜਿੱਥੇ ਉਹਦੀ ਨੋ ਤੁਸੀਂ ਝੱਲ ਸਕਦੇ ਹੋ, ਦੈਟਸ ਓਕੇ, ਤੁਸੀਂ ਕਰ ਸਕਦੇ। ਪਰ ਜਿੱਥੇ ਫੋਰ ਐਗਜ਼ਾਮਪਲ ਹੋ ਸਕਦਾ ਕਿ ਉਹ ਤੁਸੀਂ ਉਹ ਸਕੂਲ ਜਾਣਾ, ਆਈ ਮੀਨ ਤੁਸੀਂ ਕਹੋ ਕਿ ਸਕੂਲ ਜਾ, ਤੇ ਉਹ ਕਹੋਗੀ ਮੈਂ ਨਹੀਂ ਜਾਣਾ, obviously, ਸੋ ਇਹ ਚੀਜ਼ ਤੇ ਸਾਨੂੰ ਵਰਕ ਕਰਨਾ ਪੈਣਾ ਵਾ। ਸੋ ਫੋਰ ਐਗਜ਼ਾਮਪਲ, ਜੇ ਤੁਸੀਂ ਉਹਦੇ ਥੱਲੇ ਦੇਖੋ ਤਾਂ ਹੋ ਸਕਦਾ ਉਹਦੀ ਇੱਕ ਭਾਵਨਾ ਹੋਗੀ ਉਹ ਨਾ ਕਹਿਣ ਦੀ, ਅਨਕੰਫਰਟੇਬਲ ਹੋਗੀ, ਫਰਸਟ੍ਰੇਟਡ ਹੋਗੀ। ਫੋਰ ਐਗਜ਼ਾਮਪਲ, ਜੇ ਤੁਹਾਡੀ ਬੇਟੀ ਕਹਿ ਰਹੀ ਹੈ ਕਿ ਮੈਂ ਸਕੂਲ ਨਹੀਂ ਜਾਣਾ, ਹੋ ਸਕਦਾ ਸਕੂਲ ਦੇ ਵਿੱਚ ਉਹਨੇ ਨਵਾਂ ਸਟਾਰਟ ਕੀਤਾ ਹੋਵੇ, ਉਹਦੀ ਇੱਕ ਐਂਗਜ਼ਾਇਟੀ ਸੈਪਰੇਸ਼ਨ ਹੋਵੇ। ਹੋ ਸਕਦਾ ਤੁਹਾਡੇ ਤੋਂ ਦੂਰ ਰਹਿਣਾ ਹਜੇ ਉਹ ਇੰਨੀ ਸਿੱਖੀ ਨਾ ਹੋਵੇ ਤੇ ਉਹਨੂੰ ਡਰ ਲੱਗਦਾ ਹੋਵੇ। ਹੋ ਸਕਦਾ ਸਕੂਲ ਦੇ ਵਿੱਚ ਜਦੋਂ ਜਾਂਦੀ ਹੈ, ਕਈ ਵਾਰ ਬੱਚਿਆਂ ਨੂੰ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਹੈ। ਜਿਹੜੇ ਆਪਾਂ ਪੰਜਾਬੀ ਘਰ ਦੇ ਵਿੱਚ ਸਟ੍ਰੇਟ ਅਸੀਂ ਉਸ এনवायरमेंट ਪਾ ਜਾਂਦੇ ਜਿੱਥੇ ਸਾਰੇ ਬੱਚੇ ਇੰਗਲਿਸ਼ ਬੋਲਦੇ, ਤਾਂ ਬੱਚਾ ਔਕਵਰਡ ਫੀਲ ਕਰਦਾ ਉਸ এনवायरमेंट ਦੇ ਵਿੱਚ। ਸੋ ਕਈ ਚੀਜ਼ਾਂ ਹੋ ਸਕਦੀਆਂ, ਪਰ ਜੇ ਤੁਸੀਂ ਆਪਣੇ ਬੱਚੇ ਦੀ ਟਿਊਨਿੰਗ ਕਰਨ ਲੱਗ ਗਏ, ਟਿਊਨ ਇਨ ਕਰਨ ਲੱਗ ਗਏ, ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਕੋਈ ਐਕਸਪੀਰੀਅੰਸ ਹੈ, ਉਹਦੇ ਅੰਦਰ ਔਖਾ ਕਰਦਾ ਉਹਨੂੰ, ਤੇ ਅਸੀਂ ਉਹ ਐਕਸਪੀਰੀਅੰਸ ਦੇ ਵਿੱਚ ਉਹਨੂੰ ਕਿਵੇਂ ਸਮਝ ਸਕਦੇ ਹਾਂ। ਸੋ ਫੋਰ ਐਗਜ਼ਾਮਪਲ, ਸ਼ੋਰ ਤੁਹਾਨੂੰ ਆਪਣਾ ਬੱਚਾ ਛੱਡ ਕੇ ਆਉਣਾ ਪੈਣਾ ਸਕੂਲ, ਪਰ ਤੁਸੀਂ ਉਹਦਾ ਸਾਥ ਦੇ ਸਕਦੇ ਹੋ ਕਿ ਮੈਂ ਸਮਝਦਾ ਮੈਂ ਇਹ ਡਿਫਿਕਲਟ ਆ ਤੇਰੇ ਲਈ, ਬਟ ਮੈਂ ਤੇਰੇ ਨਾਲ ਆ। ਸੋ ਜੇ ਤੁਸੀਂ ਜਾਣਦੇ ਆ, ਮੇਕ ਸ਼ੋਰ ਤੁਸੀਂ ਘਰ ਦੇ ਵਿੱਚ ਸੇਫਟੀ, ਐਂਡ ਮੇਕ ਸ਼ੋਰ ਜਿਸ ਟਾਈਮ ਤੁਸੀਂ ਉਹਨੂੰ ਕਹਿੰਦੇ ਕਿ ਮੈਂ ਤੈਨੂੰ ਸਕੂਲ ਚੋਂ ਪਿਕ ਕਰੂ, ਤਾਂ ਤੁਸੀਂ ਪਿਕ ਕਰੋ, ਤਾਂ ਜੋ ਆਪਦਾ ਦਿਮਾਗ ਦਾ ਪੈਟਰਨ ਬਣਾ ਲੇ ਕਿ ਮੈਂ ਸੇਫ ਆ। ਬਿਲਕੁਲ ਠੀਕ ਹੈ। ਸੋ ਮੂਵਿੰਗ ਔਨ, ਨੈਕਸਟ ਕੁਐਸਚਨ। ਸਾਡੇ ਲਿਸਨਰ ਸੰਜੀਵ ਉਹਨਾਂ ਨੇ ਪੁੱਛਿਆ, ਕਹਿੰਦੇ ਕਿ ਮੇਰਾ ਬੇਟਾ 7 ਸਾਲ ਦਾ ਹੈ ਤੇ ਉਦਾਂ ਸਭ ਠੀਕ ਹੈ, IQ ਪੜ੍ਹਾਈ ਦੇ ਵਿੱਚ ਵੀ ਸਭ ਚੰਗਾ, ਤੇ ਪਰ ਕਹਿੰਦੇ ਜਦੋਂ ਖਾਣੇ ਦੀ ਗੱਲ ਆਉਂਦੀ ਹੈ ਨਾ, ਫਿਰ ਅਸੀਂ ਫਸ ਜਾਈਦਾ। ਕਹਿੰਦੇ ਕਿ ਵੀ TV ਵੱਲ ਧਿਆਨ ਰਹਿੰਦਾ ਉਹਦਾ, ਘੰਟਾ ਘੰਟਾ ਖਾਣਾ ਪਿਆ ਰਹਿੰਦਾ, ਅਸੀਂ ਕਹੀਦਾ ਖਾ ਲਾ ਤੂੰ ਖਾ ਲਾ, ਫਿਰ ਕਹੂਗਾ ਤੁਸੀਂ ਫੀਡ ਕਰੋ ਮੈਨੂੰ, ਅਸੀਂ ਕੀ ਕਰੀਏ? ਸੋ ਸਾਡੇ ਨਾ ਬੱਚੇ ਐਕਚੁਅਲੀ ਪੈਟਰਨ ਬਹੁਤ ਛੇਤੀ ਚੀਜ਼ਾਂ ਪਿਕ ਕਰਦੇ ਆ ਸਾਡੇ ਘਰ ਦੀ এনवायरमेंट। ਸਾਨੂੰ ਪਤਾ ਹੁੰਦਾ, ਕਈ ਵਾਰ ਤੁਸੀਂ ਦੇਖਿਆ ਹੋਊਗਾ ਕੋਈ ਬੱਚਾ ਕਈ ਚੀਜ਼ਾਂ ਆਪਦੇ ਫਾਦਰ ਤੋਂ ਪੁੱਛਦਾ, ਕਈ ਚੀਜ਼ਾਂ ਆਪਦੀ ਮਦਰ ਤੋਂ ਪੁੱਛਦਾ, ਕਿਉਂਕਿ ਉਹਨੂੰ ਬੜਾ ਵਧੀਆ ਅੰਦਾਜ਼ਾ ਹੋ ਗਿਆ ਹੁੰਦਾ ਵੀ ਇੱਥੋਂ ਮੈਨੂੰ ਇਸ ਚੀਜ਼ ਲਈ ਹਾਂ ਮਿਲੂਗੀ, ਇੱਥੇ ਮੈਨੂੰ ਇਸ ਚੀਜ਼ ਲਈ ਹਾਂ ਮਿਲੂਗੀ। ਸੋ ਤੁਹਾਡੇ ਬੱਚੇ ਨੇ ਪੈਟਰਨ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਤੁਸੀਂ ਆਪਦੇ ਘਰ ਦਾ এনवायरमेंट ਦੇਖੋ ਕਿ ਜਦੋਂ ਤੁਸੀਂ ਸਾਰੇ ਫੂਡ ਖਾਂਦੇ ਆ, ਉਦੋਂ ਤੁਹਾਡਾ ਕੀ ਡਿਸਿਪਲਿਨ ਉਸ ਫੂਡ ਰਾਹੀਂ। ਕਿਤੇ ਤੁਸੀਂ ਮੇਰੇ ਵਾਂਗੂ TV ਤੇ ਬੈਠ ਕੇ ਤਾਂ ਨਹੀਂ ਖਾਂਦੇ ਗੇ। ਇਟਸ ਟਰੂ, ਰਾਈਟ? ਸੋ ਅਸੀਂ ਕਿਵੇਂ ਖਾਂਦੇ ਹਾਂ, ਅਸੀਂ ਫੂਡ ਨੂੰ ਕਿਵੇਂ ਨਰਿਸ਼ ਕਰਦੇ, ਅਸੀਂ ਕਿਵੇਂ ਉਸ ਫੂਡ ਨਾਲ ਆਪਦਾ ਰਿਲੇਸ਼ਨਸ਼ਿਪ ਬਣਾਉਂਦੇ ਹਾਂ। ਐਂਡ ਮੋਸਟਲੀ ਸਾਡਾ ਫੂਡ, ਜਿਸ ਘਰਾਂ 'ਚ ਅਸੀਂ ਉਹਨੇ ਫੂਡ ਨਾਲ ਰਿਲੇਸ਼ਨਸ਼ਿਪ ਬੜਾ ਡਿਸਫੰਕਸ਼ਨਲ ਆ, ਬਿਕਾਜ਼ ਸਾਨੂੰ ਕੰਮਾਂ ਦੀ ਕਾਹਲੀ ਵਿੱਚ, ਪ੍ਰੈਸ਼ਰ ਦੇ ਵਿੱਚ ਜਿੱਥੇ ਵੀ ਮਿਲਿਆ ਸੀ ਉੱਥੇ। ਸੋ any pattern, and electronics ਕਿਵੇਂ ਤੁਸੀਂ ਯੂਜ਼ ਕਰਦੇ ਹੋ ਜੇ ਤੁਸੀਂ ਫੂਡ ਖਾਂਦੇ ਆ। ਐਂਡ ਮੇਬੀ ਰਾਈਟ ਨਾਓ ਉਸ ਬੱਚੇ ਨੂੰ ਇੱਕ ਰਿਮੈਂਬਰ, ਅਸੀਂ ਕੰਟਰੋਲ ਨਹੀਂ ਕਰ ਸਕਦੇ, ਪਰ ਅਸੀਂ এনवायरमेंट ਬਦਲ ਸਕਦੇ ਆ। ਫੋਰ ਐਗਜ਼ਾਮਪਲ, ਇਸ এনवायरमेंट 'ਚ ਕੀ ਬਦਲ ਸਕਦੇ ਆ ਕਿ ਵਾਈਫਾਈ ਕੱਟ ਦੇਣ, TV ਕੱਟ ਦੇਣ, ਐਂਡ ਇਟਸ ਓਕੇ ਜੇ ਤੂੰ ਫੂਡ ਨਹੀਂ ਵੀ ਖਾਣਾ, ਪਰ ਇੰਨੇ ਘੰਟੇ ਆਪਣਾ TV ਬੰਦ ਰਹੂਗਾ। ਸਮਝੋ? ਸੋ ਤੁਸੀਂ এনवायरमेंट ਬਦਲਤਾ, ਐਂਡ ਜਦੋਂ এনवायरमेंट ਬਦਲੋਗੇ ਤਾਂ ਜਿਹੜਾ ਨੈਚੁਰਲੀ ਜਿਹੜਾ ਬੱਚਾ ਵਾ ਉਹਦਾ ਜਿਹੜਾ ਬਿਹੇਵੀਅਰ ਬਦਲ ਜੂਗਾ। ਪਰ ਜੇ ਤੁਸੀਂ ਬੱਚੇ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ, ਉਦੋਂ ਤੁਸੀਂ ਸਫਰ ਕਰੋਗੇ। ਹਾਂਜੀ, ਉਹਦੇ ਰੈਪਰਕਸ਼ਨਸ ਹੋਣਗੇ, ਪਿੱਛੋਂ ਦੁਬਾਰਾ ਰਿਐਕਟ ਕਰਨਾ ਉਹਨੇ। For sure. So TV ਉਹਦਾ ਇਲੈਕਟ੍ਰੋਨਿਕਸ ਟੇਕ ਅਵੇ ਕਰ ਸਕਦੇ, ਐਂਡ ਇੱਕ ਕੰਪੈਸ਼ਨ ਨਹੀਂ ਕਰਨਾ। ਕੋਈ ਜ਼ਰੂਰੀ ਨਹੀਂ ਕਿ ਤੁਸੀਂ ਝਿੜਕ ਦੇ ਕੇ ਕਰਨੀ ਹੈ, ਗੁੱਸੇ ਹੋ ਕੇ ਕਰਨਾ ਵਾ। ਤੁਸੀਂ ਕਹਿ ਸਕਦੇ ਹੋ ਕਿ ਮੈਂ ਸਮਝਦਾ ਤੇਰੇ ਲਈ ਔਖਾ ਵਾ, ਤੇਰੇ ਲਈ ਫੂਡ, ਆਈ ਮੀਨ ਜਿਵੇਂ ਉਹ ਸਕੂਲ ਦੇ ਵਿੱਚ ਜਾਂਦਾ ਵਾ, ਬੱਚੇ ਲਈ ਉਹਦੇ ਕੋਲ ਫੋਨ ਆ, ਔਖਾ ਵਾ, ਆਪਣੇ ਲਈ ਵੀ ਫੋਨ ਪਾਸੇ ਰੱਖਣਾ ਔਖਾ ਵਾ। ਹਾਂਜੀ, ਉਹ ਸਮਝੋ ਇਹ ਚੀਜ਼ਾਂ ਔਖੀਆਂ ਹੋ ਰਹੀਆਂ ਉਹਦੇ ਲਈ, ਹਾਰਡ ਆ। ਆਪਦੇ ਫੋਨ ਨੂੰ ਦੇਖ ਕੇ ਜਦੋਂ ਕੋਈ ਮੈਸੇਜ ਆਉਂਦਾ, ਸਾਨੂੰ ਹੁੰਦਾ ਝੱਟ ਦੇਖੀਏ ਕਿਹਦਾ ਮੈਸੇਜ ਆਇਆ ਵਾ, ਮਿਸ ਕਾਲ ਆਈ ਵੀ ਹੈ ਤਾਂ ਦੇਖੀਏ ਅਸੀਂ। ਸੋ ਬੱਚੇ ਲਈ ਔਖਾ ਹੋ ਰਿਹਾ ਵਾ,
ਉਹਦੀ ਮਾਨਸਿਕਤਾ ਨੂੰ ਸਮਝੋ। ਇਹ ਚੀਜ਼ਾਂ ਟੈਕਨੋਲੋਜੀ ਨੂੰ ਪਾਸੇ ਆਪਦੇ ਤੋਂ ਕਰਨਾ ਬਹੁਤ ਔਖਾ ਵਾ। ਸੋ ਜਦੋਂ ਇਹ ਚੀਜ਼ਾਂ ਅਸੀਂ ਸਮਝਾਂਗੇ ਤੇ ਅਸੀਂ ਇਹਦੀ ਬਾਉਂਡਰੀ ਬਣਾ ਲਾਂਗੇ ਕਿ ਸਾਡੇ ਘਰ 'ਚ ਕਿੰਨੀਆਂ ਕਿ ਰਹਿ ਸਕਦੀਆਂ। ਸਾਡੇ ਘਰ 'ਚ 5 ਘੰਟੇ ਰਹਿ ਸਕਦੀਆਂ, ਸਾਡੇ ਘਰ 'ਚ 10 ਘੰਟੇ, ਸਾਡੇ ਘਰੇ 15 ਘੰਟੇ ਰਹਿ ਸਕਦੀਆਂ, ਤੇ ਤੁਹਾਡਾ ਬੱਚਾ ਤੁਹਾਨੂੰ ਵਾਚ ਕਰੂਗਾ। ਜੇ ਉਹਨੂੰ ਪਤਾ ਲੱਗ ਗਿਆ ਕਿ ਤੁਹਾਡੀ ਬਾਉਂਡਰੀ ਪੱਕੀ ਹੈ, ਸਟ੍ਰਿਕਟ ਆ, ਉਹ ਤੁਹਾਡੀ ਟੈਸਟ ਕਰੂਗਾ ਬਾਉਂਡਰੀ 'ਚ ਪਰ ਜੇ ਉਹਨੂੰ ਪਤਾ ਲੱਗਿਆ ਕਿ ਤੁਹਾਡੀ ਬਾਉਂਡਰੀ ਸਟ੍ਰਿਕਟ ਆ, ਤੇ ਦੂਸਰੇ ਦਿਨ ਵੀ ਇਹੀ ਹੋਇਆ, ਤੀਸਰੇ ਦਿਨ ਵੀ 15 ਘੰਟੇ 4 ਘੰਟੇ ਬੰਦ ਸੀ ਟੀਵੀ, 5th ਡੇ ਵੀ, 6th ਡੇ ਵੀ, 7th ਡੇ ਵੀ, 8th ਡੇ ਉਹ ਆਪਦੇ ਆਪ ਖਾਣ ਲੱਗ ਜੂ। ਉਹਨੂੰ ਪਤਾ ਹੋਊਗਾ ਕਿ ਇਹ ਹੁਣ ਪੈਟਰਨ ਬਣ ਚੁੱਕਿਆ ਇਸ ਘਰ ਦਾ। ਪਰ ਜੇ ਉਹਨੂੰ ਪਤਾ ਵੀ ਮੈਂ ਮਿੰਨਤਾਂ ਤਰਲਾਂ ਕਰਕੇ ਕਰ ਲੂੰਗਾ, ਵੀ ਟੀਵੀ ਔਨ ਕਰਵਾ ਲੂੰਗਾ, ਮਨਾ ਲੂੰਗਾ, ਹਾਂ, ਤੇ ਫਿਰ ਉਹ ਬੱਚੇ ਸਮਾਰਟ ਆ, ਫਿਰ ਉਹ ਉਸ ਵੇ ਵੱਲ ਚੱਲੂਗਾ। ਸੋ ਆਪਦੀ ਬਾਉਂਡਰੀ ਦੇਖੋ ਕਿ ਸਾਡੀ ਬਾਉਂਡਰੀ ਕੀ ਆ ਟੈਕਨੋਲੋਜੀ ਦੇ ਆਲੇ ਦੁਆਲੇ। ਗੁੱਡ। ਲਿਸਨਰ ਹੈਗੇ ਸਾਡੇ ਸਿਧਾਰਥ, ਉਹਨਾਂ ਨੇ ਕਿਹਾ ਕਿ ਬੱਚਿਆਂ ਨਾਲ ਦੋਸਤਾਂ ਵਾਂਗ ਰਹਿਣਾ ਤੇ ਜ਼ਿਆਦਾ ਸਮਾਂ ਉਹਨਾਂ ਨਾਲ ਗੁਜ਼ਾਰਨਾ ਬੱਚਿਆਂ ਨੂੰ ਚੰਗੀ ਤਰਬੀਅਤ ਦੇਣ ਵਿੱਚ ਸਹਾਇਤਾ ਕਰਦਾ ਹੈ। ਦੇਖੋ ਐਜ਼ ਅ ਪੈਰੈਂਟ ਸਾਡੇ ਲਈ ਸਾਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਇੱਕ ਉਸ ਇਨਸਾਨ ਨੂੰ ਪਾਲਣ ਦੀ ਜਿਸ ਇਨਸਾਨ ਦਾ ਦਿਮਾਗ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੈਗਾ। ਸੋ ਕਿਤੇ ਨਾ ਕਿਤੇ ਤੁਸੀਂ ਪੂਰੇ ਦੋਸਤ ਨਹੀਂ ਬਣ ਸਕਦੇ, ਤੁਸੀਂ ਇੱਕ ਅਥਾਰਟਿਵ ਪੋਜੀਸ਼ਨ 'ਚ ਰਹੋਗੇ। ਐਂਡ ਰਹਿਣਾ ਵੀ ਚਾਹੀਦਾ, ਬਿਕਾਜ਼ ਜਿਹੜੇ ਕਈ ਡਿਸੀਜਨ ਆ ਤੁਹਾਡਾ ਵੱਡਾ ਦਿਮਾਗ ਲੈ ਸਕਦਾ, ਉਹਦਾ ਛੋਟਾ ਦਿਮਾਗ ਨਹੀਂ ਲੈ ਸਕੂਗਾ। ਅਸੀਂ ਗੱਲ ਇਹ ਕਰਦੇ ਕਿ ਕਿਸੇ ਨਾਲ ਆਪਦਾ ਬੱਚੇ ਨਾਲ ਰਿਸ਼ਤਾ ਲੌਂਗ ਟਰਮ ਦੇ ਵਿੱਚ ਰੱਖਣ ਵਾਸਤੇ ਸਾਨੂੰ ਕਿਸੇ ਨਾਲ ਮਾਨਸਿਕ ਰਿਸ਼ਤਾ ਕ੍ਰੀਏਟ ਕਰਨਾ। ਫੋਰ ਐਗਜ਼ਾਮਪਲ, ਜੇ ਤੁਸੀਂ ਕਿਤੇ ਕੰਮ ਕਰਦੇ ਹੋ ਤੇ ਹਰ ਵਾਰੀ ਉਹ ਤੁਹਾਨੂੰ ਪੇ ਚੈੱਕ ਦਿੰਦੇ ਆ ਤੁਸੀਂ, ਪਰ ਜੇ ਤੁਸੀਂ ਉਹਨਾਂ ਨਾਲ ਮਨ ਦਾ ਰਿਸ਼ਤਾ ਬਣਾ ਲਿਆ ਤੇ ਫਿਰ ਤੁਸੀਂ ਕਿਤੇ ਹੋਰ ਜਾ ਕੇ ਵੀ ਕੰਮ ਕਰਨ ਲੱਗ ਕੇ ਫਿਰ ਤੁਹਾਡੀ ਉਹਨਾਂ ਨਾਲ ਗੱਲਬਾਤ ਹੁੰਦੀ ਆ, ਜਾਂ ਤੁਸੀਂ ਉਹਨਾਂ ਨਾਲ ਦੋਸਤੀ ਮਿੱਤਰਤਾ ਰੱਖਦੇ ਹੋ ਨਾ ਕਿਤੇ ਵੀ ਲਾਈਫ ਤੇ, ਕਿਉਂਕਿ ਉਹ ਕੰਮ ਵਾਲੇ ਨਾਲ ਸਿਰਫ ਇੱਕ ਕੰਮ ਵਾਲਾ ਰਿਸ਼ਤਾ ਨਹੀਂ ਸੀ, ਹੁਣ ਤੁਹਾਡਾ ਮਨ ਦਾ ਵੀ ਬਣ ਗਿਆ ਸੀ। ਸੋ ਬੱਚਿਆਂ ਨਾਲ ਇੱਕ ਤਾਂ ਟੇਕ ਕੇਅਰ ਤੁਸੀਂ ਕਰਨੀ ਹੈ, ਪਰ ਉਹਦੇ ਨਾਲ ਨਾਲ ਕੋਸ਼ਿਸ਼ ਕਰਨੀ ਕਿ ਸਾਡਾ ਮਾਨਸਿਕ ਰਿਸ਼ਤਾ ਵੀ ਬਣੇ। ਐਂਡ ਮਾਨਸਿਕ ਰਿਸ਼ਤਾ ਸਾਡਾ ਉਦੋਂ ਬਣਦਾ ਜਦੋਂ ਅਸੀਂ ਕਿਸੇ ਨੂੰ ਆਪਣਾ ਦੁੱਖ ਵੀ ਦੱਸ ਸਕੀਏ ਤੇ ਸੁਣ ਵੀ ਸਕੀਏ ਤੇ ਸਮਝ ਸਕੀਏ। ਬਿਲਕੁਲ ਠੀਕ। ਸੋ ਇੱਕ ਹੋਰ ਮੈਸੇਜ ਆਇਆ ਸੰਜੇ ਹੋਣਾ ਦਾ, ਕਹਿੰਦੇ ਇੰਪੋਰਟੈਂਟ ਪੈਰੈਂਟਿੰਗ ਟੌਪਿਕ, ਇਟਸ ਇੰਪੋਰਟੈਂਟ ਟੂ ਹੈਵ ਲਵਿੰਗ ਬੌਂਡ ਬਿਟਵੀਨ ਯੂ ਐਂਡ ਯੋਰ ਕਿਡਸ ਸਿੰਸ ਦੇ ਆਰ ਸਮਾਲ, ਛੋਟੇ ਆ ਉਹ। ਫਸਟ ਆਫ ਆਲ ਯੂ ਹੈਵ ਟੂ ਲਿਸਨ ਟੂ them, fulfill their wishes, sacrifice your time and choices, and ਚੰਗਾ ਬੌਂਡ ਜਿਹੜਾ ਤੁਹਾਡਾ ਉਹਨਾਂ ਨਾਲ ਹੋਵੇ। ਤੇ when they love and like you, they'll listen to you, then it will be easy ਕਿ ਉਹਨਾਂ ਨੂੰ ਫਿਰ ਜੋ ਤੁਸੀਂ ਸਿਖਾਉਣਾ ਚਾਹੁੰਦੇ ਹੋ, ਡਿਸਿਪਲਿਨ ਕਰਨਾ ਚਾਹੁੰਦੇ ਹੋ, ਜਾਂ ਕੋਈ ਲੈਸਨ ਦੇਣਾ ਚਾਹੁੰਦੇ ਹੋ, ਫਿਰ ਤੁਸੀਂ ਈਜ਼ੀਲੀ ਦੇ ਸਕਦੇ ਹੋ, ਅੱਗੇ ਕਨਵੇ ਕਰ ਸਕਦੇ ਹੋ। ਦੇਖੋ ਲਵਿੰਗ ਰਿਲੇਸ਼ਨਸ਼ਿਪ ਕਹਿਣਾ ਬਹੁਤ ਸੌਖਾ, ਪਰ ਇਹ ਕਰਨਾ ਬਹੁਤ ਔਖਾ ਪ੍ਰੈਕਟੀਕਲੀ। ਇਟ ਇਜ਼ ਸੋ ਹਾਰਡ। ਪੈਰੈਂਟਿੰਗ ਇਜ਼ ਹਾਰਡ। ਤੁਸੀਂ ਦੇਖੋ ਕਿ ਜਿਸ ਕਲਚਰ 'ਚ ਅਸੀਂ ਰਹਿੰਦੇ ਹਾਂ, ਮਾਂ ਬਾਪ ਦੋਨੇ ਕੰਮ ਕਰਦੇ ਆ, ਐਂਡ ਕਿੰਨਾ ਪ੍ਰੈਸ਼ਰ ਹੈ ਇੱਕ ਸਿੰਗਲ ਪੈਰੈਂਟ ਤੇ ਆਪਣੇ ਬੱਚੇ ਨੂੰ ਟੇਕ ਕੇਅਰ ਕਰਨੀ, ਫਿਰ ਤੁਹਾਡੇ ਬਾਹਰ ਕੰਮ ਆ, ਫਿਰ ਘਰ ਦੇ ਵਿੱਚ ਆ ਕੇ ਵੀ ਤੁਹਾਨੂੰ ਪ੍ਰੈਸ਼ਰ। ਹਾਰਡ ਹੋ ਜਾਂਦਾ ਕਿਸੇ ਦੀਆਂ ਬੱਚੇ ਦੀਆਂ ਭਾਵਨਾਵਾਂ ਨੂੰ ਸਮਝਣ ਨੂੰ, ਰਾਈਟ। ਸ਼ਾਮ ਨੂੰ ਤਾਂ ਕਈ ਵਾਰ ਫਿਰ ਮੇਰੇ ਕੋਲ ਆ ਕੇ ਕਹਿੰਦੇ ਕਿ ਸ਼ਾਮ ਨੂੰ ਤਾਂ ਸਾਡੀਆਂ ਭਾਵਨਾਵਾਂ ਇੰਨੀਆਂ ਹੋਈਆਂ ਵੀ ਹੁੰਦੀਆਂ ਵਾ, ਸਾਡੇ ਆਪਦੇ ਅੰਦਰ ਇੰਨੇ ਹੜ ਚੱਲਦੇ ਹੁੰਦੇ ਕਿ ਅਸੀਂ ਆਪਣੇ ਬੱਚੇ ਨੂੰ ਕਿਵੇਂ ਸਮਝ ਸਕੀਏ। ਇਟਸ ਹਾਰਡ। ਜਦੋਂ ਇੱਕ ਪੈਰੈਂਟ ਥੱਕ ਕੇ ਆਉਂਦਾ ਵਾ, ਫਿਰ ਕੰਮ ਦਾ ਇੱਕ ਪ੍ਰੈਸ਼ਰ ਹੋ ਜਾਂਦਾ, ਫਿਰ ਘਰ ਦੇ ਤੁਸੀਂ ਘਰ ਦੀਆਂ ਇੱਕ ਚਲਾਉਣਾ ਵਾ। ਸੋ ਇਟਸ ਹਾਰਡ। ਬਹੁਤ ਸੌਖਾ ਵਾ ਕਹਿਣਾ ਲਵਿੰਗ ਰਿਲੇਸ਼ਨਸ਼ਿਪ, ਪਰ ਉਸ ਇਨਵਾਇਰਮੈਂਟ ਦੇ ਵਿੱਚ ਉਸ ਇਨਵਾਇਰਮੈਂਟ ਨੂੰ ਪੋਜ਼ਿਟਿਵ ਰੱਖਣਾ ਔਖਾ ਵਾ। ਸਾਡਾ ਮਕਸਦ ਇਹ ਹੈ ਕਿ ਅਸੀਂ ਓਨੈਸਟ ਤੇ ਕਮਿਊਨੀਕੇਟਿਵ ਰਹਿ ਸਕੀਏ, ਆਪਦੇ ਦੁੱਖਾਂ ਸੁੱਖਾਂ ਬਾਰੇ ਅਸੀਂ ਓਨੈਸਟ ਰਹਿ ਸਕੀਏ ਆਪਣੇ ਬੱਚਿਆਂ ਨਾਲ। ਆਫ ਕੋਰਸ ਸਾਡੇ ਬੱਚਿਆਂ ਨੂੰ ਦੁੱਖ ਵੀ ਜੇ ਘਰ ਦੇ ਵਿੱਚ ਇੱਕ ਦੁੱਖ ਆਇਆ ਤੇ ਉਹਨਾਂ ਨੇ ਉਹ ਵੀ ਇਹ ਜ਼ਿੰਦਗੀ ਦੀ ਸੈਡ ਰਿਐਲਿਟੀ ਆ, ਸਾਨੂੰ ਦੋਨੇ ਮਿਲਣਗੇ ਹਾਫ ਹਨਾ, ਤੇ ਸਾਨੂੰ ਦੋਨਾਂ 'ਚ ਹੀ ਵਿਚਰਨਾ ਆਉਣਾ ਚਾਹੀਦਾ ਗਾ, ਰਾਈਟ। ਸੋ ਅਸੀਂ ਓਨੈਸਟ ਬਣਨਾ, ਆਪਦੇ ਦੁੱਖਾਂ ਸੁੱਖਾਂ ਬਾਰੇ ਵੀ ਓਨੈਸਟ ਬਣਨਾ, ਤੇ ਅਸੀਂ ਆਪਣੇ ਬੱਚਿਆਂ ਦੇ ਦੁੱਖਾਂ ਸੁੱਖਾਂ ਬਾਰੇ ਵੀ ਓਨੈਸਟ ਬਣਨਾ ਵਾ। ਕਿ ਹੁਣ ਮੈਂ ਅਕਸਰ ਭੈਣ ਨੂੰ ਕਹਿੰਦੀ, ਮੇ ਵੀ ਤੁਸੀਂ ਸ਼ਾਮ ਨੂੰ ਜਦੋਂ ਬੈਠਦੇ ਹੋ ਆਪਦੀਆਂ ਭਾਵੁਕ ਗੱਲਾਂ ਕਰ ਸਕਦੇ ਹੋ ਕਿ ਅੱਜ ਮੇਰਾ ਦਿਨ ਕਿਵੇਂ ਸੀ, ਅੱਜ ਮੇਰਾ ਦਿਨ ਫਰਸਟ੍ਰੇਟਡ ਸੀ, ਡਿਸਅਪੁਆਇੰਟਮੈਂਟ ਸੀ, ਆਪਦੇ ਬੌਸ ਨਾਲ ਮੇਰਾ ਰਿਲੇਸ਼ਨਸ਼ਿਪ ਕਿੱਦਾਂ ਸੀ, ਗੱਲਾਂ ਕਰ ਸਕਦੇ ਹੋ ਆਪਣੇ ਬੱਚਿਆਂ ਦੀ ਏਜ ਮੁਤਾਬਿਕ। ਪੇਰੈਂਟਸ ਨੂੰ ਤੁਹਾਡੇ ਕੀ ਸੁਝਾਅ ਹੋਣਗੇ, ਅਸੀਂ ਕੀ ਟੈਕਨੀਕਸ ਅਪਣਾ ਸਕਦੇ ਹਾਂ ਕਿ ਚੰਗੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਸਿਖਾਇਆ ਜਾ ਸਕੇ? ਸੋ ਫਰਸਟ ਆਫ ਆਲ, ਜਿਹੜੀ ਵੀ ਚੀਜ਼ ਪਹਿਲਾਂ ਤਾਂ ਤੁਸੀਂ ਆਪਣੇ ਬੱਚੇ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ, ਕੋਸ਼ਿਸ਼ ਕਰੋ ਕਿ ਸਾਡੇ ਘਰ ਦਾ ਇਨਵਾਇਰਮੈਂਟ ਉਸ ਡਿਸਿਪਲਿਨ ਨੂੰ ਜਾਂ ਉਸ ਆਦਤ ਨੂੰ ਕਿਵੇਂ ਸਪੋਰਟ ਕਰ ਰਿਹਾ ਵਾ। ਫੋਰ ਐਗਜ਼ਾਮਪਲ, ਜੇ ਤੁਹਾਡਾ ਬੱਚਾ 8 ਘੰਟੇ ਵੀਡੀਓ ਗੇਮ ਕਰ ਰਿਹਾ ਵਾ, ਸੋ ਸਾਡੇ ਘਰ ਦੇ ਵਿੱਚ ਇਹ ਜਿਹਾ ਕਿਹੜਾ ਇਨਵਾਇਰਮੈਂਟ ਆ ਜਿਹੜਾ ਮੇਰੇ ਬੱਚੇ ਨੂੰ ਅਲਾਓ ਕਰ ਰਿਹਾ ਕਿ ਉਹ 8 ਘੰਟੇ ਵੀਡੀਓ ਗੇਮ। ਇਹਦਾ ਮਤਲਬ ਹੈ ਮੇ ਵੀਡੀਓ ਗੇਮ ਅਨਅਟੈਂਡਡ ਬੈਲੈਂਸ ਦੇ ਤਰੀਕੇ ਨਾਲ ਨਹੀਂ। ਐਂਡ ਹੋ ਸਕਦਾ ਕਈ ਵਾਰ
ਆਈ ਮੀਨ ਇਹ ਹਾਰਡ ਆ। ਆਈ ਮੀਨ ਜੇ ਤੁਹਾਡਾ ਬੱਚਾ ਜੇ ਤੁਸੀਂ ਕਹਿ ਸਕਦੇ ਕਿ ਮੇਰੇ ਬੱਚਾ ਸਿਰਫ 2 ਘੰਟੇ ਦੇਖੇ ਵਰਨਾ ਤੂੰ ਲੂਜ਼ ਕਰ ਜਾਏਗਾ ਵੀਡੀਓ ਗੇਮ ਐਂਡ ਤੁਹਾਡਾ ਪੈਟਰਨ ਜਿਵੇਂ ਮੈਂ ਕਿਹਾ ਤੁਹਾਨੂੰ ਕਰੂਗਾ, ਉਹ ਤੁਹਾਨੂੰ ਟੈਸਟ ਕਰੂਗਾ ਸੋ ਬੇਸਿਕਲੀ ਜੇ 2 ਘੰਟੇ ਨਹੀਂ ਆਪਾਂ ਦੇਖ ਸਕਦੇ ਤੇ ਆਪਾਂ ਨੂੰ ਇਸ ਵੀਡੀਓ ਗੇਮ ਨੂੰ ਬਾਏ ਕਹਿਣਾ ਪੈਣਾ ਸੋ ਘਰ ਦਾ ਇਨਵਾਇਰਨਮੈਂਟ ਦੇਖੋ, ਅਸੈਸ ਕਰੋ ਕਿ ਕਿਸ ਤਰੀਕੇ ਨਾਲ ਸਾਡੇ ਮੇਰੇ ਬੱਚੇ ਦੀ ਹੈਬਿਟ। ਸੋ ਫॉर ਐਗਜ਼ਾਮਪਲ ਜੇ ਤੁਸੀਂ ਟੀਵੀ ਦੇ ਸਾਹਮਣੇ ਬੱਚੇ ਫੋਨ ਦੇ ਨਾਲ ਅੱਜ ਕੱਲ ਬੱਚੇ ਰੋਟੀ ਖਾਂਦੇ ਆ ਐਂਡ ਆਈ ਮੀਨ ਇਹ ਇਫੈਕਟਿਵ ਤੇ ਸੌਖਾ ਤਰੀਕਾ ਹੋ ਚੁੱਕਿਆ ਵਾ ਆਫ ਕੋਰਸ। ਆਈ ਮੀਨ ਮੈਂ ਕਈ ਵਾਰ ਮਦਰਸ ਮੇਰੇ ਕੋਲ ਆਉਂਦੀਆਂ, ਉਹ ਕਹਿੰਦੇ ਥੱਕੇ ਹੁੰਨੇ ਆ, ਮੈਨੂੰ ਹੋਰ ਕਿਹੜਾ ਤਰੀਕਾ ਦੱਸੋ ਕਰੀਏ ਛੇਤੀ ਛੇਤੀ ਹੁੰਦਾ ਵੀ ਰੋਟੀ ਖਾਵੇ ਤੇ ਕੰਮ ਨਿਬੜੇ ਐਂਡ ਇਹ ਕੁਇਕ ਹੈਗੇ ਆ। ਆਈ ਮੀਨ ਕੁਇਕ ਟੈਕਨੀਕਸ ਹੈਗੇ ਆ, ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਕੁਇਕ ਆ, ਲੌਂਗ ਟਰਮ ਇਫੈਕਟਿਵ ਨਹੀਂ ਹੈਗੇ। ਇਟਸ ਓਕੇ, ਯੂਜ਼ ਕਰ ਲਓ, ਕਿਤੇ ਕਿਤੇ ਅਸੀਂ ਸਾਰੇ ਕੁਇਕ ਟੈਕਨੀਕ ਯੂਜ਼ ਕਰਦੇ ਹਾਂ। ਸੋ ਸੈਕਿੰਡ, ਆਪਦੇ ਬੱਚੇ ਨੂੰ ਜਦੋਂ ਤੁਸੀਂ ਡਿਸਿਪਲਿਨ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਸਮਝੋ ਕਿ ਮੇਰੇ ਬੱਚੇ ਨੂੰ ਚੀਜ਼ਾਂ ਕਰਨੀਆਂ ਔਖੀਆਂ ਕਿਉਂ ਹੋ ਰਹੀਆਂ ਵਾ ਮੇਰੇ ਬੱਚੇ। ਸੋ ਉਸ ਬਿਹੇਵੀਅਰ ਦੇ ਥੱਲੇ ਇੱਕ ਭਾਵਨਾਵਾਂ ਨੂੰ ਸਮਝੋ ਕਿ ਇਮੋਸ਼ਨਸ ਕੀ ਹੈ ਮੇਰੇ ਬੱਚੇ ਦੀਆਂ ਫॉर एग्जांपल ਜਿਵੇਂ ਮੈਂ ਕਿਹਾਗਾ ਕਿ ਟੋਏ ਸਟੋਰ ਦੇ ਮੇਰਾ ਬੱਚਾ ਡਿਸਿਪਲਿਨ ਇਸ ਚੀਜ਼ ਨੂੰ ਕਰ ਨਹੀਂ ਸਕਦਾਗਾ। ਜੇ ਤੁਹਾਡੇ ਘਰੇ ਇੱਕ ਆਈਸਕ੍ਰੀਮ ਦੀ ਬਾਕਟ ਪਈ ਆ ਐਂਡ ਤੁਹਾਡਾ ਬੱਚਾ ਨਹੀਂ ਹਟ ਸਕਦਾ, ਆਫ ਕੋਰਸ ਆਈ ਮੀਨ ਜੇ ਤੁਸੀਂ ਮੈਨੂੰ ਵੀ ਦੇ ਦੋਗੇ ਮੈਂ ਵੀ ਨਹੀਂ ਹਟ ਸਕੂੰਗੀ ਰਾਈਟ। ਸੋ ਉਸ ਇਨਵਾਇਰਨਮੈਂਟ ਨੂੰ ਅਸੈਸ ਕਰਨਾਗਾ ਐਂਡ ਸੋ ਜਦੋਂ ਵੀ ਤੁਸੀਂ ਆਪਣੇ ਬੱਚੇ ਨੂੰ ਡਿਸਿਪਲਿਨ ਕਰਨ ਦੀ ਕੋਸ਼ਿਸ਼ ਕਰਦੇ ਆ, ਉਸ ਦੇ ਵਿੱਚ ਇਹ ਪਾਉਣ ਦੀ ਕੋਸ਼ਿਸ਼ ਕਰੋ ਕਿ ਉਹ 'ਚ ਸੈਲਫ ਡਿਸਿਪਲਿਨ ਬਣੇ ਐਂਡ ਸੈਲਫ ਡਿਸਿਪਲਿਨ ਉਦੋਂ ਬਣਦਾ ਜਦੋਂ ਸਾਨੂੰ ਇਨਵਾਇਰਨਮੈਂਟ ਮਿਲ ਜਾਵੇ ਐਂਡ ਐਜ਼ ਅ ਬੱਚੇ ਅਸੀਂ ਆਪਦੇ ਆਪ ਸਿੱਖ ਲਈਏ। ਫॉर एग्जांपल ਜੇ ਤੁਹਾਡਾ ਬੱਚਾ ਬਾਹਰ ਜਾ ਰਿਹਾ ਵਾ ਐਂਡ ਮਦਰ ਕਹਿੰਦੀ ਨਹੀਂ ਜੈਕਟ ਪਾ ਸਾਡੇ ਲਈ ਵੀ ਇਦਾਂ ਕੀਤਾ ਗਿਆ ਵਾ ਤੇ ਪਰ ਉਹਦਾ ਸੈਲਫ ਲਰਨਰ ਕੀ ਆ ਕਿ ਕੋਈ ਨਹੀਂ, ਇੱਕ ਵਾਰੀ ਬੱਚੇ ਨੂੰ ਬਾਹਰ ਮੀਂਹ 'ਚ ਜਾਣ ਦੋ ਇਹ ਨੈਚੁਰਲ ਕਨਸੀਕੁਐਂਸਸ ਆ ਬਿਕਾਜ਼ ਜਦੋਂ ਮੀਂਹ ਦੇ ਵਿੱਚ ਬਾਹਰ ਜਾਊਗਾ ਉਹ ਆਪ ਸਿੱਖੂਗਾ ਕਿ ਠੰਡ ਆ। ਕਿਸੇ ਦੀ ਸਿਖਾਈ ਨਹੀਂ, ਹੁਣ ਉਹ ਆਪ ਦੀ ਸਿੱਖੀ ਵੀ ਠੰਡ ਆ ਤੇ ਜਦੋਂ ਆਪ ਦੀ ਸਿੱਖੀ ਵੀ ਠੰਡ ਆ ਤੇ ਨੈਕਸਟ ਟਾਈਮ ਤੁਹਾਨੂੰ ਕਹਿਣਾ ਵੀ ਨਹੀਂ ਪੈਣਾ ਵੀ ਤੂੰ ਜੈਕਟ ਚੱਕ। ਠੀਕ ਹੈ ਰਾਈਟ। ਸੋ ਕਈ ਚੀਜ਼ਾਂ ਇਦਾਂ ਦੀਆਂ ਕਿ ਜਦੋਂ ਬੱਚੇ ਆਪਦੇ ਆਪ ਉਸ এনवायरमेंट ਤੋਂ ਸਿੱਖਣਗੇ ਉਹ ਆਪਦੀ ਆਪਦੀ ਲਾਈਫ ਦੇ ਵਿੱਚ ਇੰਪਲੀਮੈਂਟ ਕਰ ਸਕਣਗੇ। ਸੋ ਸਭ ਤੋਂ ਪਹਿਲਾਂ ਆਪਣੇ ਬੱਚੇ ਦੀਆਂ ਇਮੋਸ਼ਨਸ ਦੇ ਨਾਲ ਜੁੜੋ ਐਂਡ ਮੈਂ ਸਮਝਦੀ ਹਾਂ ਇਹ ਬਹੁਤ ਔਖਾ ਵਾ ਬਿਕਾਜ਼ ਐਸ ਬਚਪਨ ਦੇ ਵਿੱਚ ਸਾਨੂੰ ਵੀ ਇਹ ਚੀਜ਼ਾਂ ਨਹੀਂ ਮਿਲੀਆਂ ਹੋਈਆਂ, ਔਖੀਆਂ ਵਾ। ਸੋ ਜਦੋਂ ਤੁਹਾਨੂੰ ਆਪਣੇ ਬੱਚੇ ਨੂੰ ਵੀਡੀਓ ਗੇਮ ਕਰਦੇ ਨੂੰ ਦੇਖ ਕੇ ਗੁੱਸਾ ਚੜੇ, ਫਰਸਟ੍ਰੇਸ਼ਨ ਚੜੇ, ਐਂਗਜ਼ਾਇਟੀ ਹੋਵੇ, ਪਹਿਲਾਂ ਤਾਂ ਆਪਣੇ ਆਪ ਨੂੰ ਸ਼ਾਂਤ ਕਰੋ ਕਿਉਂਕਿ ਜਦੋਂ ਵੀ ਕੋਈ ਵੀ ਚੀਜ਼ਾਂ ਤੁਸੀਂ ਉਸ ਮਾਨਸਿਕਤਾ 'ਚੋਂ ਕਰੋਗੇ ਤੁਹਾਡਾ ਬੱਚਾ resist ਕਰੂਗਾ ਤੇ closed ਹੋਊਗਾ। ਜੀ ਹਾਂ। ਥੈਂਕ ਯੂ ਸੋ ਮਚ ਪਲਵਿੰਦਰ, we'll look forward to have you again। ਬਹੁਤ ਸ਼ੁਕਰੀਆ ਤੁਹਾਡੇ ਟਾਈਮ ਲਈ। Thank you so much, my pleasure। Thanks।